ਸਾਹਿਬ ਪਾਵਨ ਸਰੂਪਾਂ ਦਾ ਮਾਮਲਾ ਜਿਹਦੇ ਵਿੱਚ ਤੁਹਾਨੂੰ ਵੀ ਤਨਖਾਹੀਆ ਕਰਾਰ ਦਿੱਤਾ ਗਿਆ। ਉਨਾ ਚਿਰ ਪੰਥ ਦੀ ਤਸੱਲੀ ਨਹੀਂ ਹੋ ਸਕਦੀ ਜਿੰਨਾ ਚਿਰ ਇਹ ਨਹੀਂ ਦੱਸਿਆ ਜਾ ਸਕਦਾ ਕਿ ਸਰੂਪ ਕਿੱਥੇ ਕਿੱਥੇ ਗਏ ਨੇ। ਇਹ ਤਾਂ ਮੇਰਾ ਦਾਅਵਾ ਹੈ ਕਿ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਇਹ ਕੋਈ ਸਰਸੇ ਵਾਲੇ ਸਾਧ ਨੂੰ ਨਹੀਂ ਦਿੱਤੇ ਗਏ, ਇਹ ਐਵੇਂ ਲੋਕਾਂ ਦੇ ਭਰਮ ਭੁਲੇਖੇ ਨੇ। ਦੂਸਰੀ ਗੱਲ RSS ਨੂੰ ਨਹੀਂ ਦਿੱਤੇ ਗਏ ਸਿੱਖਾਂ ਦੇ ਘਰਾਂ ਵਿੱਚ ਨੇ। ਜੇ ਉਹ ਇਹ ਚਾਹੁੰਦੇ ਨੇ ਕਿ ਮੈਂ ਗੁਰਮਤ ਦਾ ਪ੍ਰਚਾਰ ਕਰਨਾ, ਮੈਂ ਸਿੱਖੀ ਦਾ ਪ੍ਰਚਾਰ ਕਰਨਾ, ਤਾਂ ਮੈਂ ਸਮਝਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਜੇ ਉਹਨਾਂ ਨੂੰ ਸੱਦ ਲਿਆ ਸੀ ਤਾਂ ਉਹਨਾਂ ਦੀ ਸ਼ਾਨ 'ਚ ਕੋਈ ਫਰਕ ਤਾਂ ਪੈਣਾ ਨਹੀਂ, ਸਗੋਂ ਇਹ ਸ਼ੋਭਾ ਉਹਨਾਂ ਦੀ ਵਧਣੀ ਸੀ, ਉਹਨਾਂ ਦੀ ਸ਼ਾਨ ਵਧਣੀ ਸੀ। ਪੰਥ ਵਿੱਚ ਉਹਨਾਂ ਦਾ ਸਨਮਾਨ ਹੋਰ ਵੱਧ ਬਹਾਲ ਹੁੰਦਾ। ਉਹ ਜਾਂਦੇ ਜਾ ਕੇ ਪੰਜ ਸਿੰਘ ਸਾਹਿਬਾਨ ਕੋਲ ਆਪਣਾ ਪੱਖ ਰੱਖਦੇ। ਜਿਹੜੀਆਂ ਗੱਲਾਂ ਉਹ ਬਾਹਰ ਕਹਿੰਦੇ ਨੇ ਮੈਂ ਵੀ ਉਹਨਾਂ ਗੱਲਾਂ ਨਾਲ ਸਹਿਮਤ ਹਾਂ। ਜਿਵੇਂ ਉਹਨਾਂ ਨੇ ਬਾਹਰ ਕਿਹਾ ਪਬਲਿਕਲੀ ਕਿ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਜਦੋਂ ਸਰਸੇ ਵਾਲੇ ਸਾਧ ਨੂੰ ਮਤਲਬ ਮਾਫੀ ਦੇ ਦਿੱਤੀ ਤਾਂ ਉਹਦੀ ਜਵਾਬ ਤਲਬੀ ਕਿਉਂ ਨਹੀਂ ਕੀਤੀ ਗਈ। ਤੇ ਜਿਹੜੇ ਅੱਜ ਦੀ ਲੀਡਰਸ਼ਿਪ ਅਸੀਂ ਖੜੀ ਕਰਦੇ ਹਾਂ ਵੀ ਦਾੜੀ ਕੱਟੀ ਹੋਈ ਹੈ, ਨੀਲੀ ਦਸਤਾਰ ਸਜਾਈ ਹੋਈ ਹੈ, ਤੇ ਤੁਸੀਂ ਮੈਨੂੰ ਦੱਸੋ ਜੀ ਉਹਨੂੰ ਪੰਥ ਕਿਵੇਂ ਪ੍ਰਵਾਨ ਕਰੇਗਾ। ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਮੰਨੀ ਜਾਂਦੀ। ਸ਼੍ਰੋਮਣੀ ਅਕਾਲੀ ਦਲ ਚਲਾਉਂਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਅਕਾਲ ਤੱਕ ਚਲਾਈ ਜਾਂਦੀ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਬਨ ਦਾ ਮਾਮਲਾ ਬੇਹੱਦ ਗਰਮਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਰੂਪਾਂ ਦੇ ਗਬਨ ਮਾਮਲੇ 'ਚ ਸਵਾਲਾਂ ਦੇ ਘੇਰੇ 'ਚ ਰਹੀ, ਕਿਉਂਕਿ ਦਾਇਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ ਜਿੱਥੋਂ ਸਰੂਪ ਗਾਇਬ ਹੁੰਦੇ ਨੇ। ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਗਿਆ। ਸਿੱਖ ਸੰਗਤਾਂ ਦੇ ਵੱਲੋਂ ਗਾਇਬ ਸਰੂਪਾਂ ਤੇ ਜਵਾਬ ਮੰਗਿਆ ਗਿਆ। ਇੱਕ ਜਾਂਚ ਕਮੇਟੀ ਬਿਠਾਈ ਗਈ ਜਿਸ ਨੇ ਆਪਣੀ ਰਿਪੋਰਟ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ 2016 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੁਮਾਇੰਦਿਆਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਧਾਰਮਿਕ ਸਜ਼ਾ ਸੁਣਾਈ ਗਈ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੌਲੀ ਵੀ ਮੌਜੂਦ ਸਨ। ਇਸ ਵੇਲੇ ਸਾਡੇ ਨਾਲ ਵੀ ਕਰਨੈਲ ਸਿੰਘ ਪੰਜੌਲੀ ਮੌਜੂਦ ਨੇ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਪੂਰੇ ਘਟਨਾਕ੍ਰਮ ਦੇ ਬਾਰੇ ਤੇ ਕਿਵੇਂ ਸਰੂਪ ਗਾਇਬ ਹੁੰਦੇ ਨੇ ਤੇ ਕਿਵੇਂ ਜਿਹੜਾ ਸੰਗਤਾਂ ਦਾ ਰੋਸ ਹੈ ਤੇ ਮਾਮਲਾ ਇੱਥੇ ਤੱਕ ਪਹੁੰਚਦਾ ਹੈ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡੇ ਦਰਸ਼ਕਾਂ ਦਾ ਵੀ। ਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦਾ ਮਾਮਲਾ ਜਿਹਦੇ ਵਿੱਚ ਤੁਹਾਨੂੰ ਵੀ ਤਨਖਾਹੀਆ ਕਰਾਰ ਦਿੱਤਾ ਗਿਆ, ਮੈਂ ਇਹ ਜਾਣਨਾ ਚਾਹਾਂਗੀ ਕਿ ਇਸ ਮਾਮਲੇ ਦੀ ਜਿਹੜੀ ਸ਼ੁਰੂਆਤ ਹੈ ਉਹ ਕਿੱਥੋਂ ਹੁੰਦੀ ਹੈ ਤੇ 4-5 ਸਾਲਾਂ ਦੇ ਵਿੱਚ ਆਖਿਰ ਕਾਰਵਾਈ ਦੀ ਮੰਗ ਕਿਉਂ ਨਹੀਂ ਉੱਠੀ ਤੇ ਮਾਮਲਾ ਇੱਥੇ ਤੱਕ ਕਿਉਂ ਆਇਆ? ਦੇਖੋ, ਪਹਿਲੀ ਗੱਲ ਤਾਂ ਮੈਂ ਤੁਹਾਡੇ ਜਰੀਏ ਸਿੱਖ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਤੇ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਉਹ ਗੁਰਮਤ ਦਾ ਪ੍ਰਚਾਰ, ਮਨਮਤ ਦਾ ਪ੍ਰਹਾਰ ਤੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਨੂੰ ਕਾਇਮ ਰੱਖਣ ਦਾ ਹੈ। ਇਹ ਪੰਥਕ ਸੰਸਥਾ ਹੈ, ਪੰਥ ਦੁਆਰਾ ਚੁਣੀ ਜਾਂਦੀ ਹੈ। ਇਹਦਾ ਸਿੱਧਾ ਪ੍ਰਬੰਧ ਵੀ ਸਿੱਖ ਸੰਗਤ ਦਾ ਹੁੰਦਾ। ਇਹਦੇ ਜਿੰਨੇ ਸੋਰਸ ਨੇ ਉਹ ਵੀ ਸਾਰੇ ਦੇ ਸਾਰੇ ਸਿੱਖ ਸੰਗਤ ਦੁਆਰਾ ਹੀ ਦਿੱਤੇ ਜਾਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹਦੇ ਪ੍ਰਤੀ ਗਿਲਾ ਵੀ ਪੂਰੇ ਖਾਲਸਾ ਪੰਥ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੀ ਹੁੰਦਾ ਤੇ ਮੈਂ ਸਮਝਦਾ ਵੀ ਛੋਟੀ ਤੋਂ ਛੋਟੀ ਘਟਨਾ ਵੀ ਜੇ ਵਾਪਰ ਜਾਵੇ ਤਾਂ ਉਹਦਾ ਵੀ ਗੁੱਸਾ ਜਿਹੜਾ ਹੈ ਸਿੱਖ ਸੰਗਤ ਦੇ ਅੰਦਰ ਹੁੰਦਾ ਤੇ ਮੈਂ ਸਮਝਦਾ ਇਹਦਾ ਨੋਟਿਸ ਜਿਹੜਾ ਸਿੱਖ ਸੰਗਤ ਨੂੰ ਲੈਣਾ ਵੀ ਚਾਹੀਦਾ ਤਾਂ ਕਿ ਸ਼੍ਰੋਮਣੀ ਕਮੇਟੀ ਸਹੀ ਤਰੀਕੇ ਨਾਲ ਆਪਣਾ ਕਾਰਜ ਕਰ ਸਕੇ। ਦੂਸਰੀ ਗੱਲ ਮੈਂ ਆਪ ਜੀ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਕਿਸ ਤਰ੍ਹਾਂ ਕਿਸੇ ਗੁਰਦੁਆਰੇ ਸਾਹਿਬਾਨ 'ਚ ਜਾਂ ਕਿਸੇ ਦੇ ਘਰ 'ਚ ਜਾਂ ਕਿਸੇ ਸਥਾਨ ਤੇ ਕਿਵੇਂ ਜਾਂਦੇ ਨੇ। ਉਹਦਾ ਅਸਲ ਤਰੀਕਾ ਇਹ ਹੁੰਦਾ ਵੀ ਉਦਾਹਰਨ ਦੇ ਤੌਰ ਤੇ ਮੈਂ ਦੱਸਣਾ ਚਾਹੁੰਦਾ ਵੀ ਮੇਰੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜ਼ਰੂਰਤ ਹੈ ਤਾਂ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਸਾਡੇ ਮਤਲਬ
ਹਲਕਾ ਮੈਂਬਰ ਜਿਵੇਂ ਮੈਂ ਆ ਮੇਰੇ ਕੋਲੋਂ ਜਾਏਗੀ, ਸਾਡਾ ਇੱਕ ਪਰਫਾਰਮ ਹੈ ਸ਼੍ਰੋਮਣੀ ਕਮੇਟੀ ਦਾ, ਉਹ ਪਰਫਾਰਮਾ ਬਕਾਇਦਾ ਭਰੇਗੀ, ਉਹਦੇ ਤੇ ਮੈਂ ਸਿਫਾਰਿਸ਼ ਕਰਾਂਗਾ। ਫਿਰ ਮੇਰੀ ਸਿਫਾਰਿਸ਼ ਤੋਂ ਬਾਅਦ ਸਾਡਾ ਹਲਕੇ ਦਾ ਜਿਹੜਾ ਧਰਮ ਪ੍ਰਚਾਰ ਦਾ ਪ੍ਰਚਾਰਕ ਹੈ ਉਹ ਪ੍ਰਚਾਰਕ ਪਿੰਡ ਵਿੱਚ ਜਾਏਗਾ ਤੇ ਉਹ ਜਾ ਕੇ ਉੱਥੇ ਉਹ ਥਾਂ ਵੇਖੇਗਾ ਕਿ ਇੱਥੇ ਮਰਿਆਦਾ ਰੱਖੀ ਜਾਂਦੀ ਹੈ ਕਿ ਨਹੀਂ ਰੱਖੀ ਜਾਂਦੀ। ਜੇ ਮਰਿਆਦਾ ਦਾ ਉੱਥੇ ਪੂਰਾ ਪ੍ਰਬੰਧ ਹੈ ਫਿਰ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਇਹਨੂੰ ਸਰੂਪ ਦੇ ਦਿੱਤਾ ਜਾਣਾ ਚਾਹੀਦਾ। ਤੇ ਫਿਰ ਉਹ 5 ਸਿੰਘ ਜਾਂਦੇ ਨੇ, ਉਹ 5 ਸਿੰਘ ਜਾ ਕੇ ਮਹਾਰਾਜ ਦਾ ਸਰੂਪ ਜਿਹੜਾ ਉਹ ਉੱਥੋਂ ਲੈ ਆਉਂਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸਰੂਪ ਚਾਹੀਦਾ ਕਿਸੇ ਨੂੰ, ਤੇ ਪ੍ਰਚਾਰਕ ਤੇ ਮੇਰੀ ਮੈਂਬਰ ਹਲਕੇ ਦੀ ਰਿਪੋਰਟ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਿਹੜੇ ਨੇ ਉਹਦੇ ਤੇ ਆਗਿਆ ਕਰਦੇ ਨੇ, ਉੱਥੋਂ ਸਰੂਪ ਦੇ ਦਿੱਤਾ ਜਾਂਦਾ। ਤੇ ਜਿਹੜਾ ਸਰੂਪ ਦੇਣ ਵਾਲਾ ਇੰਚਾਰਜ ਹੈ ਉਹ ਬਕਾਇਦਾ ਉਹਨਾਂ ਤੋਂ ਜਿੰਨੀ ਉਹਦੀ ਭੇਟਾ ਰੱਖੀ ਹੁੰਦੀ ਹੈ, ਕਿਉਂਕਿ ਸਮੇਂ-ਸਮੇਂ ਭੇਟਾ ਬਦਲਦੀ ਰਹਿੰਦੀ ਹੈ, ਜਿੰਨੀ ਉਹਦੀ ਭੇਟਾ ਰੱਖੀ ਜਾਂਦੀ ਹੈ ਉਨੀ ਭੇਟਾ ਲੈ ਕੇ ਉਹਦੀ ਰਸੀਦ ਕੱਟ ਕੇ ਉਹਨਾਂ ਨੂੰ ਦੇ ਦਿੰਦਾ ਤੇ ਉਹ ਲੇਜ਼ਰ ਦੇ ਵਿੱਚ ਚੜਾ ਲੈਂਦਾ ਕਿ ਫਲਾਣੇ ਪਿੰਡ ਦੀ ਸੰਗਤ ਆਈ ਸੀ ਤੇ ਫਲਾਣੇ ਪਿੰਡ ਦੀ ਸੰਗਤ ਨੂੰ ਆਹ ਸਰੂਪ ਦੇ ਦਿੱਤਾ ਗਿਆ। ਇੱਕ ਤਾਂ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸਰੂਪ ਦੇਣ ਦੀ ਵਿਧੀ ਵਿਧਾਨ ਇਸ ਤਰ੍ਹਾਂ ਦੀ ਹੈ। ਨੰਬਰ 2 ਤੇ ਜੇ ਹੈੱਡ ਆਫਿਸ ਤੇ ਸਰੂਪ ਲੈਣੇ ਨੇ ਤਾਂ ਉਹਦਾ ਤਰੀਕਾ ਵੀ ਇਸ ਤਰ੍ਹਾਂ ਕਿ ਹਲਕਾ ਮੈਂਬਰ ਸਿਫਾਰਿਸ਼ ਕਰਦਾ, ਪ੍ਰਚਾਰਕ ਉਹ ਥਾਂ ਵੇਖ ਕੇ ਆਉਂਦਾ, ਫਿਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਚੀਫ ਸੈਕਟਰੀ, ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਦਾ ਸਕੱਤਰ ਜਾਂ ਹੋਰ ਐਡੀਸ਼ਨਲ ਸਕੱਤਰ ਸਿਫਾਰਿਸ਼ ਕਰਦੇ ਨੇ। ਫਿਰ ਜਿੱਥੇ ਉਹਦੀ ਪ੍ਰਕਾਸ਼ਨਾ ਹੁੰਦੀ ਹੈ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ, ਉੱਥੇ ਰਾਮਸਰ ਸਾਹਿਬ ਵਿਖੇ, ਉੱਥੇ ਜਾ ਕੇ ਸਰੂਪ ਲੈ ਕੇ ਆਉਂਦਾ ਤੇ ਉੱਥੇ ਜਿਹੜਾ ਇੰਚਾਰਜ ਹੈ ਉਹ ਸਰੂਪ ਦੇਣ ਤੋਂ ਬਾਅਦ ਬਕਾਇਦਾ ਰਸੀਦ ਕੱਟ ਕੇ ਦਿੰਦਾ, ਭੇਟਾ ਦੀ ਵੀ ਇੰਨੇ ਰਸੀਦ, ਇੰਨੇ ਪੈਸੇ ਇਹਨਾਂ ਤੋਂ ਜਮ੍ਹਾਂ ਕਰਵਾਏ ਇਸ ਕੰਮ ਲਈ। ਇੱਕ ਤਾਂ ਗੱਲ ਸਿੱਖ ਸੰਗਤ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਸਰੂਪ ਜਿਹੜੇ ਨੇ ਉਹਨਾਂ ਦੀ ਕੋਈ ਬੇਅਦਬੀ ਨਹੀਂ ਹੋਈ, ਇਹ ਇੱਕ ਅਮਾਨਤ ਵਿੱਚ ਖਿਆਨਤ ਹੈ। ਇਹ ਸਤਿਕਾਰ ਦੀ ਬਜਾਏ ਤਿਰਸਕਾਰ ਕੀਤਾ ਗਿਆ ਉਹਨਾਂ ਬੰਦਿਆਂ ਵੱਲੋਂ, ਜਿਹੜਾ ਇੱਕ ਸੁਪਰਵਾਈਜ਼ਰ ਸੀ ਉੱਥੇ ਜਾਂ 2 3 4 5 ਜੋ ਵੀ ਉੱਥੇ ਪ੍ਰਬੰਧਕ ਸਨ, ਅਧਿਕਾਰੀ ਸਨ, ਉਹਨਾਂ ਵੱਲੋਂ ਉਹਨਾਂ ਨੇ ਸੰਗਤ ਗਈ, ਸੰਗਤ ਕੋਲੋਂ ਜੇ 5 ਸਰੂਪ ਕਿਸੇ, ਜਿਵੇਂ ਉਦਾਹਰਨ ਹੈ ਕਿ ਕਲਕੱਤੇ ਦੀ ਸੰਗਤ ਲਈ ਹੁਣ ਰੋਜ਼ ਸਰੂਪ ਤਾਂ ਲਿਜਾ ਨਹੀਂ ਸਕਦੇ, ਉਹ ਸਾਲ 'ਚ ਇੱਕ ਅੱਧੀ ਵਾਰੀ ਸਰੂਪ ਲੈ ਕੇ ਜਾਂਦੇ ਨੇ ਤਾਂ 2-4 ਸਾਲ ਬਾਅਦ ਲੈ ਕੇ ਜਾਂਦੇ ਨੇ। ਤੇ ਜਦੋਂ ਇੱਥੋਂ ਉਹ ਸਰੂਪ ਲੈ ਕੇ ਗਏ ਉਹਨਾਂ ਨੂੰ ਲੋੜ 40 ਦੀ ਸੀ, ਇਹ 50 ਦੇ ਕਰੀਬ ਸਰੂਪ ਲੈ ਗਏ। 50 ਲਿਜਾ ਕੇ ਜਿਹੜੇ ਸੀ 50 ਉਹਨਾਂ ਦੀ ਭੇਟਾ ਉੱਥੇ ਦੀ ਸੰਗਤ ਕੋਲੋਂ ਵੱਧ ਲੈ ਕੇ ਉਹਨਾਂ ਨੂੰ ਮਤਲਬ ਸਰੂਪ ਦੇ ਦਿੱਤੇ ਗਏ। 10 ਕਿਤੇ ਵੱਧ ਦੇਤੇ, 10 ਕਿਤੇ ਵੱਧ ਦੇਤੇ, ਇੱਥੇ ਘਟ ਕੇ ਕੁਦਰਤੀ ਘਟਣੇ ਸੀ ਤੇ ਜਿੱਥੇ ਬਿਨਾਂ ਪੈਸੇ ਲੈ ਲਏ ਬਾਹਰੋਂ ਬਾਹਰ ਤੇ ਰਸੀਦਾਂ ਕੱਟ ਕੇ ਦਿੱਤੀਆਂ ਨਹੀਂ ਗਈਆਂ। ਇਹ ਅਮਾਨਤ ਵਿੱਚ ਖਿਆਨਤ ਕੀਤੀ ਗਈ ਹੈ, ਜਿਹਨੂੰ ਅਸੀਂ ਮਤਲਬ ਇੱਕ ਵੱਡਾ ਗੁਨਾਹ ਹੈ, ਵੱਡਾ ਜੁਰਮ ਹੈ, ਇਹ ਕ੍ਰਾਈਮ ਹੈ ਬਹੁਤ ਬੜਾ ਜਿਹੜਾ ਉਹਨਾਂ ਪ੍ਰਬੰਧਕਾਂ ਨੇ ਕੀਤਾ। ਤੇ ਇਹ ਸਰੂਪਾਂ ਦੀ ਗੁੰਮਸ਼ੁਦਗੀ ਜਿਹੜੀ ਹੈ ਉਹ ਇਸ ਤਰ੍ਹਾਂ ਤਰੀਕੇ ਨਾਲ ਮਤਲਬ ਹੋਈ ਹੈ। 2016 ਦੇ ਵਿੱਚ ਮਤਲਬ ਘਟਨਾਕ੍ਰਮ ਹੁੰਦਾ ਹੈ। ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਨ ਤੇ ਉਹਨਾਂ ਦਾ ਨਾਮ ਜਥੇਦਾਰ ਅਕਾਲ ਤਖਤ ਵੱਲੋਂ ਲਿਆ ਗਿਆ ਹੈ ਕਿ ਇਹ ਉਸ ਵੇਲੇ ਘਟਨਾ ਹੋਈ ਹੈ ਜਦੋਂ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਹੁੰਦੇ ਸਨ ਤੇ ਜਿਹੜੇ ਸਕੱਤਰ ਨੇ ਉਹਨਾਂ ਦਾ ਨਾਮ ਸਾਹਮਣੇ ਆਇਆ ਜੋ ਸਾਬਕਾ ਸਕੱਤਰ ਨੇ। ਅਸਲ 'ਚ ਦੋਵਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਅਜਿਹੇ ਦੇ ਵਿੱਚ ਹੁਣ ਮ੍ਰਿਤਕ ਇਨਸਾਨ ਕੀ ਬੋਲੇਗਾ? ਦੇਖੋ, ਇੱਕ ਗੱਲ ਪਹਿਲੀ ਤਾਂ ਮੈਂ ਤੁਹਾਡੇ ਧਿਆਨ ਵਿੱਚ ਤੁਹਾਡੇ ਜ਼ਰੀਏ ਇਹ ਵੀ ਜਾਣਕਾਰੀ ਦੱਸਣੀ ਚਾਹੁੰਦਾ ਕਿ 2016 ਤੋਂ ਨਹੀਂ, ਬਕਾਇਦਾ 2013 14 15 16 ਤੱਕ ਲਗਾਤਾਰ ਮਹਾਰਾਜ ਦੇ ਸਰੂਪਾਂ ਦੀ ਮਤਲਬ ਦੇਣ ਦੇ ਵਿੱਚ ਅਮਾਨਤ ਵਿੱਚ ਖਿਆਨਤ ਹੁੰਦੀ ਰਹੀ ਹੈ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਤਾਂ ਐਗਜ਼ੈਕਟਿਵ ਦੀ ਕਮੇਟੀ ਦੇ ਵਿੱਚ ਆਪਣੀ ਮਤਲਬ ਜਿਹੜੇ ਏਜੰਡੇ ਆਉਂਦੇ ਨੇ ਪ੍ਰਧਾਨ ਦੀ ਹੁੰਦੇ ਤਾਂ ਪ੍ਰਧਾਨ ਦੀ ਆਗਿਆ ਨਾਲ ਨੇ, ਉਹ ਏਜੰਡੇ ਆਉਂਦੇ ਨੇ ਤੇ ਉਹਨਾਂ ਆਈਟਮਾਂ ਦੇ ਉੱਤੇ ਮੈਂਬਰ ਸਾਹਿਬਾਨ ਵਿਚਾਰ ਕਰਦੇ ਨੇ। ਜਿਹੜੀ ਆਈਟਮ ਠੀਕ ਹੁੰਦੀ ਆ ਉਹਨੂੰ ਪਾਸ ਕਰ ਦਿੰਦੇ ਨੇ, ਜਿਹੜੀ ਆਈਟਮ ਪੈਂਡਿੰਗ ਰੱਖਣ ਵਾਲੀ ਹੈ ਪੈਂਡਿੰਗ ਕਰ ਦਿੰਦੇ ਨੇ, ਤੇ ਜਿਹੜੀ ਆਈਟਮ ਕੋਈ ਰੱਦ ਕਰਨ ਵਾਲੀ ਹੈ ਉਹਨੂੰ ਰੱਦ ਕਰ ਦਿੰਦੇ ਨੇ। ਲੇਕਿਨ ਮੈਂ ਇੱਕ ਗੱਲ ਇਹ ਸਮਝਦਾ
ਕਿ ਇਹਦੇ ਵਿੱਚ ਵੱਡਾ ਜ਼ੁਰਮ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸਿੱਧੇ ਰੂਪ ਦੇ ਵਿੱਚ ਘੱਟ ਹੈ। ਇਹਦੇ ਵਿੱਚ ਸਭ ਤੋਂ ਵੱਡਾ ਕ੍ਰਾਈਮ ਜਿਹੜਾ ਉਹ ਜ਼ੁਰਮ ਹੈ ਉਹ ਅਸਲ ਵਿੱਚ ਹੈ ਸਾਡੇ ਦਫ਼ਤਰ ਦੇ ਅਧਿਕਾਰੀਆਂ ਦਾ, ਜਿਨ੍ਹਾਂ ਦੀ ਨਲਾਇਕੀ ਹੈ, ਜਿਨ੍ਹਾਂ ਦੀ ਅਣਗਹਿਲੀ ਹੈ, ਜਿਨ੍ਹਾਂ ਨੇ ਚੈੱਕ ਰੱਖਣਾ ਸੀ। ਹੁਣ ਚੀਫ ਸੈਕਟਰੀ ਹੈ, ਭਾਵੇਂ ਉਹ ਕੋਈ ਵੀ ਹੋਵੇ। ਪਹਿਲਾਂ ਸਰਦਾਰ ਹਰਚਰਨ ਸਿੰਘ ਸੀਗੇ, ਉਹ 3 ਲੱਖ ਰੁਪਇਆ ਤਨਖਾਹ ਲੈਂਦੇ ਸੀ, ਉਹਨਾਂ ਨੇ ਕਿਉਂ ਨਹੀਂ ਚੈੱਕ ਰੱਖਿਆ? ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਜਿਹੜੇ ਚੀਫ ਸੈਕਟਰੀ ਆਏ ਜਾਂ ਸੈਕਟਰੀ ਰਹੇ, ਉਹਨਾਂ ਦੀ ਡਿਊਟੀ ਸੀ, ਉਹ ਤਾਂ ਲੱਖਾਂ ਰੁਪਇਆ ਤਨਖਾਹਾਂ ਲੈਂਦੇ ਨੇ। ਗੱਡੀ ਉਹਨਾਂ ਕੋਲ ਹੈ, ਤੇਲ ਸ਼੍ਰੋਮਣੀ ਕਮੇਟੀ ਦਾ ਪਾਉਂਦੇ ਨੇ, ਦਫ਼ਤਰ ਸ਼੍ਰੋਮਣੀ ਕਮੇਟੀ ਦਾ। ਅਸੀਂ ਜਿਹੜੇ ਮੈਂਬਰ ਸਾਹਿਬਾਨ ਨੇ, ਮੈਂਬਰਾਂ ਦੀ ਜ਼ਿੰਮੇਵਾਰੀ ਤਾਂ ਏਜੰਡੇ ਦੀ ਆਈ ਹੋਈ ਆਈਟਮ ਨੂੰ ਪਾਸ ਕਰਨਾ ਜਾਂ ਰੱਦ ਕਰਨਾ ਹੈ, ਲੇਕਿਨ ਇਹਦੇ ਤੇ ਚੈੱਕ ਰੱਖਣ ਦਾ ਜਿਹੜਾ ਕਾਰਜ ਸੀ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਦਾ ਸੀ। ਉਹਨਾਂ ਨੇ ਨਲਾਇਕੀ ਕੀਤੀ ਹੈ ਤੇ ਜਿਨ੍ਹਾਂ ਨੇ ਮਤਲਬ ਸੁਪਰਵਾਈਜ਼ਰਾਂ ਨੇ ਸਰੂਪ ਦਿੱਤੇ ਨੇ, ਉਹਨਾਂ ਨੇ ਅਮਾਨਤ ਵਿੱਚ ਖਿਆਨਤ ਕੀਤੀ ਹੈ। ਲੇਕਿਨ ਇੱਕ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਕਿ ਜਿਹੜਾ ਬੰਦਾ ਦੁਨੀਆ ਤੋਂ ਚਲੇ ਹੀ ਗਿਆ, ਉਹਦੀ ਹੁਣ ਜਵਾਬ ਤਲਬੀ ਕੋਈ ਕੀਤੀ ਵੀ ਨਹੀਂ ਜਾ ਸਕਦੀ, ਕਿਉਂਕਿ ਉਹ ਸਰੀਰ ਰੂਪ ਵਿੱਚ ਮਨੁੱਖ ਜਵਾਬ ਦੇ ਸਕਦਾ, ਕੋਈ ਕਿਸੇ ਦੀ ਰੂਹ ਦਾ ਜਵਾਬ ਦੇ ਨਹੀਂ ਸਕਦੀ। ਪਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ, ਉਹਨਾਂ ਦੇ ਧਿਆਨ ਦੇ ਵਿੱਚ ਪਹਿਲਾਂ ਤਾਂ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਸੀ ਕਿ ਇੱਦਾਂ ਸਰੂਪ ਜਿਹੜੇ ਨੇ ਗਾਇਬ ਹੋਏ ਨੇ ਜਾਂ ਘਟਦੇ ਨੇ। ਦੇਖੋ 2016 ਦੇ ਵਿੱਚ ਇਹ ਮਤਲਬ ਜਿਹੜੇ ਮਹਾਰਾਜ ਦੇ ਸਰੂਪਾਂ ਦੀ ਘਟਨਾ ਦਾ ਜ਼ਿਕਰ ਲਗਭਗ ਪਤਾ ਲੱਗ ਚੁੱਕਿਆ ਸੀ, ਲੇਕਿਨ ਉਸ ਤੋਂ ਬਾਅਦ ਜਿਹੜਾ ਸਾਡਾ ਮਤਲਬ ਸੀਏ ਹੈ SS ਕੋਹਲੀ, ਉਹਦੀ ਡਿਊਟੀ ਸੀ ਕਿ ਉਹ ਆਡਿਟ ਕਰਦਾ, ਕਿਉਂਕਿ ਉੱਥੇ ਹਰ ਪੈਸੇ ਦੇ ਹਿਸਾਬ ਦਾ ਆਡਿਟ ਹੁੰਦਾ ਹੈ। ਬਿਨਾਂ ਸਾਡਾ ਆਡਿਟ ਅਸੀਂ ਇੰਟਰਨਲ ਵੀ ਕਰਾਉਂਦੇ ਹਾਂ, ਸਾਡਾ ਆਡਿਟ ਪੰਜਾਬ ਦੀ ਸਰਕਾਰ ਵੀ ਕਰਦੀ ਹੈ। ਬਕਾਇਦਾ 2 ਆਡਿਟ ਹੁੰਦੇ ਨੇ। ਹੁਣ ਤਾਂ ਬਕਾਇਦਾ ਜੇ ਕਹਿ ਲਿਆ ਜਾਵੇ ਕਿ 3 ਆਡਿਟ ਹੁੰਦੇ ਨੇ ਤਾਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇੱਕ ਤਾਂ ਪਹਿਲਾਂ ਸਾਡਾ ਇੰਟਰਨਲ ਆਪਣਾ ਆਡਿਟ ਹੁੰਦਾ ਸੀ, ਫਿਰ ਸਰਕਾਰ ਕਰਦੀ ਸੀ। ਹੁਣ ਅਸੀਂ ਉੱਤੇ ਇੱਕ ਹੋਰ ਸੀਏ ਲਾ ਲਿਆ ਕੋਹਲੀ, ਤੇ ਜਿਹਨੂੰ ਤਨਖਾਹ ਵੀ ਮੂੰਹ ਮੰਗੀ ਦਿੱਤੀ ਗਈ ਬਹੁਤ ਜ਼ਿਆਦਾ। ਅਸੀਂ ਉਦੋਂ ਵਿਰੋਧ ਵੀ ਕੀਤਾ ਕਿ ਇਹੋ ਜਿਹਾ ਬੰਦੇ, ਇਹਨਾਂ ਬੰਦਿਆਂ ਦੀ ਜ਼ਰੂਰਤ ਨਹੀਂ ਹੈ, ਇਹ ਨਹੀਂ ਲਾਉਣੇ ਚਾਹੀਦੇ। ਸਗੋਂ ਜਿਉਂ-ਜਿਉਂ ਸ਼ਕਤੀ ਦੇ ਦਫ਼ਤਰ ਹੋਰ ਖੋਲ੍ਹ ਦਿੱਤੇ ਗਏ, ਤਿਉਂ-ਤਿਉਂ ਮੈਂ ਸਮਝਦਾ ਪ੍ਰਬੰਧ ਦਾ ਖਲਾਰਾ ਪੈਂਦਾ ਚਲਿਆ ਗਿਆ ਤੇ ਗੈਰ ਜ਼ਿੰਮੇਵਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਰਹੀਆਂ ਨੇ। ਤੇ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਕੋਹਲੀ ਦੀ ਸੀ। ਉਸ ਤੋਂ ਬਾਅਦ ਕੋਹਲੀ ਤੋਂ ਬਾਅਦ ਜ਼ਿੰਮੇਵਾਰੀ ਸੀ ਚੀਫ ਸੈਕਟਰੀ ਦੀ। ਲੇਕਿਨ ਜੇ ਦੋਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਪ੍ਰਧਾਨ ਜਿਹੜਾ ਸੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹਦੀ ਵੱਡੀ ਜ਼ਿੰਮੇਵਾਰੀ ਸੀ ਇਹ ਕਿ ਉਹਨਾਂ ਦੀ ਜਵਾਬ ਤਲਬੀ ਕਰਦੇ, ਜਵਾਬ ਤਲਬੀ ਕਰਕੇ ਵੇਖਦੇ ਕਿ ਅਸਲੀਅਤ ਕੀ ਹੈ, ਫਿਰ ਉਹ ਸੰਗਤ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਜਾਣਾ ਚਾਹੀਦਾ ਸੀ। ਸੰਗਤ ਦੀ ਤਸੱਲੀ ਕਰਾਉਣ ਦੀ ਜ਼ਰੂਰਤ ਸੀ। ਤੁਸੀਂ 16 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਐਜ਼ ਏ ਮੈਂਬਰ ਕੰਮ ਕਰ ਰਹੇ ਹੋ, ਤੇ ਅਜਿਹੇ ਦੇ ਵਿੱਚ ਤੁਸੀਂ ਅਵਤਾਰ ਸਿੰਘ ਮੱਕੜ ਜੀ ਦੇ ਨਾਲ ਵੀ ਕੰਮ ਕੀਤਾ, ਜਥੇਦਾਰ ਗੁਰਚਰਨ ਸਿੰਘ ਚੌੜਾ ਜੀ ਦੇ ਨਾਲ ਵੀ ਕੰਮ ਕੀਤਾ, ਹੁਣ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਸਰਪ੍ਰਸਤੀ ਹੇਠ ਵੀ ਤੁਸੀਂ ਕੰਮ ਕਰ ਰਹੇ ਹੋ। ਤੇ ਇਹ ਮਾਮਲਾ ਕੀ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਗਿਆ ਕਿ ਸਰੂਪਾਂ ਅਜਿਹੇ ਦੇ ਵਿੱਚ ਭੁੱਲਾਂ ਬਖਸ਼ਾਉਣ ਦੀ ਕੋਈ ਵਿਧੀ ਹੁੰਦੀ ਹੋਏਗੀ, ਅਗਰ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਹੋਇਆ? ਦੇਖੋ, ਇਹ ਤਾਂ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਹੀ ਡਿਟੇਲ 'ਚ ਦੱਸ ਸਕਦੇ ਨੇ ਕਿ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਕਦੋਂ ਆਈ ਸੀ। ਪਰ ਜਦੋਂ ਉਹਨਾਂ ਦੇ ਧਿਆਨ ਵਿੱਚ ਆ ਗਈ ਸੀ, ਉਹਨਾਂ ਨੂੰ ਤੁਰੰਤ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਸੀ। ਨੋਟਿਸ ਲੈ ਕੇ ਜਿਨ੍ਹਾਂ ਅਧਿਕਾਰੀਆਂ ਦੀ ਅਣਗਹਿਲੀ ਸੀ, ਜਿਨ੍ਹਾਂ ਨੇ ਗਲਤੀ ਕੀਤੀ ਸੀ, ਉਹਨਾਂ ਨੂੰ ਪਨਿਸ਼ਮੈਂਟ ਦੇਣੀ ਚਾਹੀਦੀ ਸੀ, ਬਣਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। ਜੇ ਵਿਦਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਤਾਂ ਉਦੋਂ ਬੈਟਰ ਸੀ, ਤੇ ਜੇ ਨਹੀਂ ਕੋਈ ਮੰਨਦਾ ਫਿਰ ਦੂਜੀ ਕੋਈ ਹੋਰ ਕਾਰਵਾਈ ਲੱਭੀ ਜਾਣੀ ਚਾਹੀਦੀ ਸੀ। ਤੇ ਮੈਂ ਸਮਝਦਾ ਉਹਨਾਂ ਦੀ ਡਿਊਟੀ ਸੀ, ਉਹਨਾਂ ਦੀ ਬਣਦੀ ਸੀ ਡਿਊਟੀ। ਦੂਸਰੀ ਗੱਲ ਜਿਹੜੀ ਸਜ਼ਾ ਲਾਉਣ ਦਾ ਮਸਲਾ ਹੈ, ਦੇਖੋ ਸਜ਼ਾਵਾਂ 2 ਕਿਸਮ ਦੀਆਂ ਨੇ। ਪਹਿਲੀ ਤਾਂ ਗੱਲ, ਬਹੁਤ ਸਮਾਂ ਬੀਤ ਗਿਆ, ਇੱਕ ਪੁਰਾਤਨ ਰਵਾਇਤ ਚੱਲਦੀ ਆ ਰਹੀ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਤਨਖਾਹ ਲਾਈ ਜਾਂਦੀ ਸੀ, ਉਦੋਂ ਤਕਰੀਬਨ 2-3 ਚੀਜ਼ਾਂ ਦੀ ਤਨਖਾਹ ਸੀ। ਇੱਕ ਤਾਂ ਸੀ ਵੀ ਤੁਸੀਂ ਭਾਈ ਸੰਗਤ ਦੇ ਜੋੜੇ ਝਾੜੋ, ਉਹਦਾ ਮਤਲਬ ਸੀ ਵੀ ਤੁਹਾਡੇ ਅੰਦਰੋਂ ਹਉਮੈ ਹੰਕਾਰ ਖਤਮ ਹੋਵੇ। ਦੂਜਾ, ਤੁਸੀਂ ਸੰਗਤ ਦੇ ਝੂਠੇ ਭਾਂਡੇ ਮਾਂਜੋ। ਤੀਜਾ ਸੀ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾਂ ਕਿਸੇ ਹੋਰ ਗੁਰਦੁਆਰਾ ਸਾਹਿਬ ਜਿੱਥੇ ਤੁਹਾਨੂੰ ਸ਼ੁਭਦਾ ਦਿੱਤੀ ਜਾਂਦੀ ਸੀ, ਉੱਥੇ ਮਤਲਬ ਤੁਸੀਂ ਜਾ ਕੇ ਝਾੜੂ ਮਾਰਨ ਦਾ ਯਤਨ ਕਰੋ। ਇਹ ਸਜ਼ਾ ਜਿਹੜਾ ਸੀ ਅਸਲ ਵਿੱਚ ਮਨੁੱਖ ਦੇ ਅੰਦਰ ਗੁਰੂ ਨੂੰ ਸਮਰਪਿਤ, ਗੁਰੂ ਪੰਥ ਨੂੰ ਸਮਰਪਿਤ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਭਾਵਨਾ ਦਾ ਹੀ ਪ੍ਰਗਟਾਵਾ ਸੀ,
ਜਿਹੜੀ ਇਸ ਕਿਸਮ ਦੀ ਸਜ਼ਾ ਦਿੱਤੀ ਜਾਂਦੀ ਸੀ। ਪਰ ਹੁਣ ਜਿਹੜੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਹੈ ਉਹਦੇ ਵਿੱਚ 2-3 ਸਜ਼ਾਵਾਂ ਦੇ ਵਾਅਦੇ ਕਰ ਦਿੱਤੇ ਗਏ। ਇੱਕ ਤਾਂ ਕਹਿ ਦਿੱਤਾ ਗਿਆ ਵੀ ਤੁਸੀਂ ਸਹਿਜ ਪਾਠ ਕਰਵਾਓ, ਇਹ ਠੀਕ ਹੈ, ਇਹ ਕਰਵਾਉਣਾ ਚਾਹੀਦਾ, ਹਰ ਸਿੱਖ ਨੂੰ ਇਹ ਚੰਗੀ ਗੱਲ ਹੈ। ਨੰਬਰ 2 ਤੇ ਦੂਜੀ ਗੱਲ ਜਿਹੜੀ ਇਹ ਕਿਹਾ ਗਿਆ ਕਿ ਪ੍ਰਧਾਨ ਤੇ ਪਾਬੰਦੀ ਲਾਤੀ ਵੀ ਤੁਸੀਂ 1 ਮਹੀਨਾ ਕਿਸੇ ਵੀ ਸਟੇਜ ਤੇ ਨਹੀਂ ਬੋਲਣਾ। ਹੁਣ ਮੈਂ ਸਜ਼ਾ ਤਾਂ ਮੈਂ ਵੀ ਪ੍ਰਵਾਨ ਕੀਤੀ ਹੈ, ਸਜ਼ਾ ਤਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਸਿਰ ਝੁਕਾ ਕੇ ਪ੍ਰਵਾਨ ਕੀਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇਖੋ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਪਹਿਰੇਦਾਰ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸੁਨੇਹਾ ਉਹ ਸਿੱਖ ਪੰਥ ਲਈ ਹੈ, ਸ਼੍ਰੀ ਹਰਿਮੰਦਰ ਸਾਹਿਬ ਦਾ ਸੁਨੇਹਾ ਪੂਰੇ ਵਿਸ਼ਵ ਲਈ ਹੈ। ਇਹ ਸਿੱਖਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ। ਇਹੋ ਜਿਹਾ ਕੇਂਦਰ ਹਰ ਕੌਮ ਕੋਲ ਹੋਣਾ ਚਾਹੀਦਾ ਜਿਹਾ ਜਿਹਾ ਕੇਂਦਰ ਖਾਲਸਾ ਪੰਥ ਕੋਲ ਸ਼੍ਰੀ ਅਕਾਲ ਤਖਤ ਸਾਹਿਬ ਹੈ। ਜੇ ਅੱਜ ਸਾਡੇ ਕੋਲ ਉਹ ਵੀ ਨਾ ਰਹੇ ਤਾਂ ਪੰਥ ਵਿੱਚ ਜਿੰਨੀਆਂ ਵੰਡੀਆਂ ਪੈ ਜਾਣ ਤਾਂ ਮੈਂ ਸਮਝਦਾ ਉਹਨਾਂ ਵੰਡੀਆਂ ਨੂੰ ਇਕੱਠੇ ਕਰਨਾ ਹੀ ਬਹੁਤ ਔਖਾ ਹੋ ਜਾਏਗਾ। ਇੱਕ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਇਹ ਸਿਧਾਂਤ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਾਹੀਂ ਫੈਸਲੇ ਕਰਨ ਦਾ, ਇਹ ਸਰਬ ਪ੍ਰਵਾਨਿਤ ਫੈਸਲਾ ਗੁਰੂ ਸਾਹਿਬ ਦਾ ਪੰਥ ਨੇ ਪ੍ਰਵਾਨ ਕੀਤਾ ਹੋਇਆ ਤੇ ਇਹਦੀ ਲੋੜ ਵੀ ਸੀ। ਮੈਂ ਇਹਦੀ ਪ੍ਰਸ਼ੰਸਾ ਵੀ ਕਰਦਾ ਕਿ ਸਿੱਖਾਂ ਨੂੰ ਇਹਦੇ ਸਨਮੁਖ ਰਹਿਣਾ ਚਾਹੀਦਾ। ਲੇਕਿਨ ਨਾਲ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਹੜੀਆਂ ਸਜ਼ਾਵਾਂ ਪੁਰਾਣੇ ਸਮਿਆਂ ਵਿੱਚ ਦਿੱਤੀਆਂ ਜਾਂਦੀਆਂ ਸੀ ਉਹ ਸਜ਼ਾਵਾਂ ਬਿਲਕੁਲ ਠੀਕ ਸੀ, ਉਹਨਾਂ ਤੱਕ ਇਹ ਮਹਿਦੂਦ ਰਹਿਣਾ ਚਾਹੀਦਾ ਸੀ, ਉਸ ਤੋਂ ਅੱਗੇ ਨਹੀਂ ਵਧਣਾ ਚਾਹੀਦਾ। ਉਸ ਤੋਂ ਜੇ ਅੱਗੇ ਵਧੋਗੇ, ਜਿਵੇਂ ਹੁਣ ਫਾਰ ਐਗਜ਼ਾਮਪਲ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਕਿਸੇ ਵੀ ਸਮਾਗਮ 'ਚ 1 ਮਹੀਨਾ ਨਹੀਂ ਬੋਲੇਗਾ। ਹੁਣ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਰੋਜ਼ ਚੁਣੌਤੀਆਂ ਨੇ ਸਿੱਖਾਂ ਦੇ ਮਾਮਲਿਆਂ ਦੀਆਂ। ਜੇ ਪ੍ਰਧਾਨ ਆਪਣੀ ਗੱਲ ਨਹੀਂ ਰੱਖੇਗਾ ਸੰਗਤ ਵਿੱਚ, ਕਿਤੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਆਉਂਦਾ ਹੈ, ਕਿਤੇ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਹੈ, ਕਿਤੇ ਹੋਰ ਬਾਕੀ ਗੁਰੂ ਸਾਹਿਬਾਨ ਦੇ ਅਵਤਾਰ ਪੁਰਬ ਨੇ, ਪ੍ਰਧਾਨ ਨੇ ਤਾਂ ਹਰ ਰੋਜ਼ ਹਰ ਚੜ੍ਹਦੇ ਸੂਰਜ ਕਿਤੇ ਨਾ ਕਿਤੇ ਧਾਰਮਿਕ ਸਮਾਗਮ ਤੇ ਜਾਣਾ। ਤੇ ਜੇ ਪ੍ਰਧਾਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ 1 ਮਹੀਨਾ ਚੁੱਪ ਰਹਿਣ ਲਈ ਕਿਹਾ ਗਿਆ, ਕਿਤੇ ਨਾ ਕਿਤੇ ਉਹਨਾਂ ਦੇ ਬਚਾਅ ਦੇ ਵਿੱਚ ਫੈਸਲਾ ਸੁਣਾਇਆ ਗਿਆ ਕਿ ਨਾ ਦੇਖੋ ਜੀ ਇਹੋ ਜਿਹੇ ਬਚਾਅ ਕਰਨ ਦੀ ਜ਼ਰੂਰਤ ਨਹੀਂ ਹੈ। ਇਹੋ ਜਿਹਾ ਬਚਾਅ ਕਰਦੇ ਕਰਦੇ ਤੁਸੀਂ ਜਿਹੜੀ ਪਨਿਸ਼ਮੈਂਟ ਦਿੰਦੇ ਹੋ, ਜਿਹੜੀ ਸਜ਼ਾ ਦਿੰਦੇ ਹੋ, ਜਾਂ ਜਿਹੜੀ ਮਰਿਆਦਾ ਕਹੋ ਤੁਹਾਡੀ ਹੈਗੀ ਹੈ, ਉਹਨੂੰ ਵੀ ਤਾਂ ਕਿਤੇ ਨਾ ਕਿਤੇ ਸੈਟਬੈਕ ਵੱਜਦੀ ਹੈ। ਇਸ ਕਰਕੇ ਮੈਂ ਸਮਝਦਾ ਵੀ ਮੈਂ ਇੱਦਾਂ ਦੀ ਗੱਲ ਦੇ ਹੱਕ 'ਚ ਨਹੀਂ। ਜੇ ਭਾਵਨਾ 'ਚ ਦਿੱਤੀ ਗਈ ਕਿ ਪ੍ਰਧਾਨ ਦਾ ਬਚਾਅ ਕਰਨਾ, ਫਿਰ ਇਹ ਬਿਲਕੁਲ ਗਲਤ ਹੈ। ਇਸ ਕਰਕੇ ਮੈਂ ਇਹ ਸਮਝਦਾ ਕਿ ਇੱਦਾਂ ਦੀ ਪਾਬੰਦੀ ਇੱਕ ਤਾਂ ਨਹੀਂ ਲਾਉਣੀ ਚਾਹੀਦੀ। ਦੂਜੀ, ਜਿਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਹਿ ਦਿੱਤਾ ਗਿਆ ਕਿ 1 ਸਾਲ ਤੁਸੀਂ ਕੋਈ ਸ਼੍ਰੋਮਣੀ ਕਮੇਟੀ 'ਚ ਚੰਗਾ ਅਹੁਦਾ ਨਹੀਂ ਲੈਣਾ, ਉੱਚਾ ਅਹੁਦਾ ਨਹੀਂ ਲੈਣਾ, ਇਹ ਵੀ ਮੈਨੂੰ ਲੱਗਦਾ ਕਿ ਇੱਕ ਰਾਜਨੀਤੀ ਤੋਂ ਪ੍ਰੇਰਿਤ ਫੈਸਲਾ। ਇੱਦਾਂ ਦੇ ਫੈਸਲੇ ਵੀ ਜਥੇਦਾਰਾਂ ਨੂੰ ਇਹਨਾਂ 'ਤੇ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਮਤਲਬ ਉਸ ਭਾਵਨਾ ਵਾਲੇ ਮਤਲਬ ਸ਼੍ਰੋਮਣੀ ਕਮੇਟੀ 'ਚ ਮੈਂਬਰ ਨੇ ਜਿਹੜੇ ਅਕਾਲ ਤਖਤ ਨੂੰ ਸਮਰਪਿਤ ਹੋ ਗਏ। ਕੱਲ ਨੂੰ ਕੋਈ ਜਥੇਦਾਰ ਇਹੋ ਜਿਹਾ ਜੇ ਅਕਾਲ ਤਖਤ ਸਾਹਿਬ ਤੇ ਉਹੀ ਫੈਸਲਾ ਕਰ ਦੇਣ ਕਿ ਫਲਾਣਾ ਸਿੱਖ ਸਾਰੀ ਜ਼ਿੰਦਗੀ ਪੰਥਕ ਰਾਜਨੀਤੀ 'ਚ ਸ਼ਾਮਲ ਨਹੀਂ ਹੋ ਸਕਦਾ, ਫਲਾਣੇ ਸਿੱਖ ਤੇ ਪਾਬੰਦੀ ਲਾਈ ਜਾਂਦੀ ਹੈ ਕਿ ਉਹ ਆ ਨਹੀਂ ਕਰ ਸਕਦਾ, ਇਹ ਤਾਂ ਮੈਂ ਸਮਝਦਾ ਕਿਸੇ ਦੀ ਸਰਵਾਈਵਲ ਜਿਹੜੀ ਹੈ, ਉਹਦੀ ਜੱਦੋ ਜਹਿਦ ਆ, ਉਹਦੀ ਕੁਰਬਾਨੀ ਆ, ਉਹਦੀ ਸਟਰਗਲ ਹੈ, ਉਹਦੇ ਤੇ ਇੱਕ ਕਿਸਮ ਦੀ ਪਾਬੰਦੀ ਹੈ। ਨੰਬਰ 2 ਤੇ ਇੱਕ ਇਹ ਵੀ ਗੱਲ ਹੈ ਕਿ ਜਿਹੜੀ ਯੋਗਤਾ ਉਸ ਵਿਅਕਤੀ ਵਿੱਚ ਹੈ, ਫਾਰ ਐਗਜ਼ਾਮਪਲ ਤੁਹਾਡੇ 'ਚ ਇੱਕ ਯੋਗਤਾ ਹੈ, ਉਹ ਅੱਛੀ ਹੈ, ਉਹ ਪੰਥ ਦੇ ਪੰਜਾਬ ਦੇ ਸੰਸਥਾ ਦੇ ਭਲੇ ਵਿੱਚ ਵਰਤੀ ਜਾ ਸਕਦੀ ਹੈ, ਤੇ ਤੁਹਾਡੀ ਯੋਗਤਾ ਦੀ ਅਸੀਂ ਕੰਮੇ ਨਹੀਂ ਲੈਣਾ, ਉਹਦੇ ਤੇ ਪਾਬੰਦੀ ਉਹ ਲਾਤੀ, ਉਹਦੀ ਵਰਤੋਂ ਹੀ ਨਹੀਂ ਅਸੀਂ ਕਰ ਸਕਦੇ, ਤਾਂ ਉਹਦਾ ਨੁਕਸਾਨ ਤਾਂ ਸੰਸਥਾ ਨੂੰ ਹੋਇਆ ਨਾ ਜੀ, ਉਹਦਾ ਸੰਸਥਾ ਤਾਂ ਕਮਿਊਨਿਟੀ ਨੂੰ ਹੋਇਆ। ਇਸ ਕਰਕੇ ਮੈਂ ਤੁਹਾਡੇ ਜਰੀਏ ਇਹ ਵੀ ਕਹਿਣਾ ਚਾਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਘੱਟੋ ਘੱਟ ਇਹ ਗੱਲਾਂ 'ਤੇ ਵਿਚਾਰ ਕਰਨੀ ਚਾਹੀਦੀ ਹੈ। ਇਹੋ ਜਿਹੇ ਫੈਸਲੇ ਨਹੀਂ ਕਰਨੇ ਚਾਹੀਦੇ। ਫੈਸਲੇ ਇੱਥੇ ਤੱਕ ਹੀ ਮਹਿਦੂਦ ਰੱਖਣੇ ਚਾਹੀਦੇ ਨੇ ਕਿ ਤੁਸੀਂ ਭਾਈ ਸਹਿਜ ਪਾਠ ਕਰਾਓ ਆਪਣੇ ਘਰੇ, ਤੁਸੀਂ ਆਪਣੇ ਘਰੇ ਅਖੰਡ ਪਾਠ ਸਾਹਿਬ ਕਰਵਾਓ, ਤੁਸੀਂ ਗੁਰਦੁਆਰਾ ਸਾਹਿਬ ਝਾੜੂ ਮਾਰੋ, ਤੁਸੀਂ ਜੋੜੇ ਝਾੜੋ, ਤੁਸੀਂ ਬਰਤਨ ਸਾਫ਼ ਕਰੋ। ਇਹ ਸਜ਼ਾਵਾਂ ਦਾ ਮਤਲਬ ਜਿਹੜਾ ਹੈ ਸਿੱਖਾਂ ਦੇ ਅੰਦਰ ਹਉਮੈ ਖਤਮ ਕਰਨਾ, ਅਕਾਲ ਤਖਤ ਤੇ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਪੰਥ ਨੂੰ ਸਮਰਪਿਤ ਕਰਨ ਦੀ ਭਾਵਨਾ, ਇੱਥੇ ਤੱਕ ਹੀ ਮੈਂ ਸਮਝਦਾ ਰਹਿਣਾ ਦਾ ਯਤਨ ਕਰਨਾ ਚਾਹੀਦਾ। ਸਰ, ਪਾਵਨ ਸਰੂਪਾਂ ਦੇ ਗਬਨ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਸੰਗਤਾਂ ਦੇ ਵਿੱਚ ਜਿਹੜਾ ਸੀਗਾ ਰੋਸ ਸੀਗਾ, ਉਸ ਤੋਂ ਬਾਅਦ ਜਦੋਂ ਸਿੱਖ ਜਥੇਬੰਦੀਆਂ ਵੱਲੋਂ, ਸਿੱਖ ਸੰਗਤਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਘਿਰਾਓ ਕੀਤਾ ਗਿਆ, ਲਗਾਤਾਰ ਇਹ ਜਵਾਬ ਮੰਗਿਆ ਗਿਆ ਕਿ ਸਰੂਪ ਗਏ ਕਿੱਥੇ ਨੇ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਜੋ ਸਿੱਖ ਸੰਗਤਾਂ ਦੇ ਨਾਲ ਕੀਤਾ ਹੈ, ਉਸ ਦਾ ਰੋਸ ਅਜੇ ਵੀ ਸਿੱਖ ਸੰਗਤਾਂ ਦੇ ਵਿੱਚ ਪਾਇਆ ਜਾ ਰਿਹਾ ਹੈ।
ਦੇਖੋ ਪਹਿਲੀ ਗੱਲ ਤਾਂ ਇੱਕ ਗੱਲ ਦਾ ਧਿਆਨ ਸਿੱਖਾਂ ਨੂੰ ਇਹ ਰੱਖਣਾ ਚਾਹੀਦਾ, ਹੂੰ ਭਾਵੇਂ ਉਹ ਕੋਈ ਵੀ ਧਿਰ ਹੋਵੇ, ਕਿ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਹੈ ਇਹ ਪੰਥ ਦੀ ਜਿੰਦਾਬਾਦ ਕਹਿਣ ਲਈ ਹੈ। ਹੂੰ ਇਹ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਉਸ ਕੰਪਲੈਕਸ ਦੇ ਅੰਦਰ ਰੂਹਾਨੀਅਤ ਦਾ ਪ੍ਰਚਾਰ ਹੋ ਰਿਹਾ। ਅਸੀਂ ਮੋਰਚੇ ਲਾਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਲੇਕਿਨ ਜਦੋਂ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੁਰਦਾ ਸੀ ਤਾਂ ਉਦੋਂ ਉਹ ਦਰਬਾਰ ਸਾਹਿਬ ਦੀ ਡਿਊਟੀ ਤੋਂ ਬਾਹਰ ਤੱਕ ਕਿਸੇ ਦੀ ਮੁਰਦਾਬਾਦ ਨਹੀਂ ਸੀ ਕਹਿੰਦੇ, ਉਹ ਜਿੰਦਾਬਾਦ ਹੀ ਕਹਿੰਦੇ ਸੀ। ਜੇ ਧਰਮ ਯੁੱਧ ਮੋਰਚਾ ਲੱਗਿਆ, ਜੇ ਐਮਰਜੈਂਸੀ ਦਾ ਮੋਰਚਾ ਵੀ ਲੱਗਿਆ, ਤਾਂ ਉਹਨਾਂ ਮੋਰਚਿਆਂ ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਜਿਹੜੇ ਨਾਅਰੇ ਲੱਗਦੇ ਸੀ ਉਹ ਨਾਅਰੇ ਸੀ ਦੇਗ ਤੇਗ ਫਤਿਹ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ, ਅਕਾਲ ਤਖਤ ਤੋਂ ਆਈ ਬਾਜ਼, ਪੰਥ ਖਾਲਸਾ ਜਿੰਦਾਬਾਦ। ਇਹ ਨਾਅਰੇ ਸੀ ਸਾਡੇ ਜੋ ਰਵਾਇਤੀ ਨਾਅਰੇ ਨੇ, ਜੋ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਨੇ, ਪੰਥਕ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਨੇ। ਲੇਕਿਨ ਅੱਜ ਉਸ ਕੰਪਲੈਕਸ ਦੇ ਵਿੱਚ ਉਸ ਧਾਰਮਿਕ ਸੰਸਥਾ ਜਿਹੜੀ ਸਿੱਖਾਂ ਦੁਆਰਾ ਚੁਣੀ ਗਈ ਹੈ, ਜਿਹਦੀ ਡਿਊਟੀ ਰਾਜਨੀਤੀ ਕਰਨਾ ਨਹੀਂ ਹੈ, ਜਿਹਦੀ ਡਿਊਟੀ ਗੁਰਮਤ ਦਾ ਪ੍ਰਚਾਰ ਤੇ ਮਨਮਤ ਦਾ ਪ੍ਰਹਾਰ ਕਰਨਾ, ਜਿਹਨੇ ਇਹ ਤਾਂ ਨੋਟਿਸ ਲੈਣਾ ਕਿ ਸ਼੍ਰੋਮਣੀ ਅਕਾਲੀ ਦਲ ਜੇ ਕਿਤੇ ਨਾ ਕਿਤੇ ਪੰਥਕ ਰਾਜਨੀਤੀ ਤੋਂ ਜਾਂ ਸਿੱਖ ਪੰਥ ਦੇ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਤੋਂ ਥਿੜਕ ਰਿਹਾ, ਜਿਵੇਂ ਅੱਜ ਥਿੜਕਿਆ ਹੋਇਆ, ਇਹ 'ਚ ਕੋਈ ਦੋਰਾਮਾ ਨਹੀਂ, ਜਿਵੇਂ ਅੱਜ ਥਿੜਕਿਆ ਹੋਇਆ, ਜਿਵੇਂ ਅੱਜ ਪੰਥਕ ਜਜ਼ਬਾਤਾਂ 'ਚ ਨਿਘਾਰ ਹੈ, ਜਿਵੇਂ ਅੱਜ ਪੰਥਕ ਰਾਜਨੀਤੀ ਨਹੀਂ ਹੋ ਰਹੀ, ਇਹ ਗੱਲ ਦਾ ਨੋਟਿਸ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਣਾ ਚਾਹੀਦਾ। ਇਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਲੈਣ ਦਾ ਯਤਨ ਨਹੀਂ ਕਰਦੀ। ਇਹਦੇ ਵਿੱਚ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਇੱਥੇ ਆ ਕੇ ਖੜ੍ਹ ਗਏ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਤੋਂ ਬਾਅਦ ਕਿ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਅਕਾਲੀ ਦਲ ਦੀ ਪੋਲੀਟੀਕਲ ਸਟੇਜ 'ਤੇ ਨਹੀਂ ਜਾਂਦਾ। ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਧਰਮ ਤੇ ਸਾਡੀ ਰਾਜਨੀਤੀ ਇੱਕ ਹੈ, ਤੇ ਜੇ ਸਾਡਾ ਧਰਮ ਤੇ ਰਾਜਨੀਤੀ ਇੱਕ ਹੈ, ਸਾਡਾ ਮੀਰੀ ਪੀਰੀ ਦਾ ਸਿਧਾਂਤ ਇੱਕ ਹੈ, ਫਿਰ ਅਸੀਂ ਅਕਾਲੀ ਦਲ ਦੀ ਸਟੇਜ 'ਤੇ ਜਾਣ ਤੋਂ ਕਿਉਂ ਗੁਰੇਜ਼ ਕਰਦੇ ਹਾਂ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਾਣਾ ਚਾਹੀਦਾ, ਪਰ ਜਾ ਕੇ ਯਤਨ ਇਹ ਕਰਨਾ ਚਾਹੀਦਾ ਕਿ ਉੱਥੇ ਉਹ ਪੰਥਕ ਰਾਜਨੀਤੀ ਦੀ ਗੱਲ ਕਰੇ, ਆਨੰਦਪੁਰ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕਰੇ। ਇਹ ਯਤਨ ਉਹਨੂੰ ਕਰਨੇ ਚਾਹੀਦੇ ਨੇ। ਦੂਸਰੀ ਗੱਲ, ਜਿਹੜੀਆਂ ਜਥੇਬੰਦੀਆਂ ਉੱਥੇ ਬੈਠੀਆਂ ਨੇ ਉਹਨਾਂ ਦਾ ਨੋਟਿਸ ਲੈਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਕਿਉਂ ਹੋਈ। ਬੇਅਦਬੀ ਦਾ ਮਤਲਬ ਨਹੀਂ ਅਮਾਨਤ ਵਿੱਚ ਖਿਆਨਤ ਕਿਉਂ ਹੋਈ ਹੈ, ਸਰੂਪ ਕਿੱਥੇ ਨੇ, ਪੰਥ ਦੇ ਸਾਹਮਣੇ ਇਹ ਪ੍ਰਗਟ ਕੀਤਾ ਜਾਣਾ ਚਾਹੀਦਾ, ਦੱਸਿਆ ਜਾਣਾ ਚਾਹੀਦਾ। ਤੇ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਨੂੰ ਦੱਸਣਾ ਵੀ ਚਾਹੀਦਾ। ਉਨਾ ਚਿਰ ਪੰਥ ਦੀ ਤਸੱਲੀ ਨਹੀਂ ਹੋ ਸਕਦੀ ਜਿੰਨਾ ਚਿਰ ਇਹ ਨਹੀਂ ਦੱਸਿਆ ਜਾ ਸਕਦਾ ਕਿ ਸਰੂਪ ਕਿੱਥੇ ਕਿੱਥੇ ਗਏ ਨੇ। ਇਹ ਤਾਂ ਮੇਰਾ ਦਾਅਵਾ ਹੈ ਕਿ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ, ਇਹ ਕੋਈ ਸਰਸੇ ਵਾਲੇ ਸਾਧ ਨੂੰ ਨਹੀਂ ਦਿੱਤੇ ਗਏ, ਇਹ ਐਵੇਂ ਲੋਕਾਂ ਦੇ ਭਰਮ ਭੁਲੇਖੇ ਨੇ। ਦੂਸਰੀ ਗੱਲ, RSS ਨੂੰ ਨਹੀਂ ਦਿੱਤੇ ਗਏ ਸਿੱਖਾਂ ਦੇ ਘਰਾਂ ਵਿੱਚ ਨੇ, ਜਾਂ ਉਹਨਾਂ ਥਾਵਾਂ 'ਤੇ ਚਲੇ ਗਏ ਜਿੱਥੇ ਨਿਸ਼ਾਨ ਸਾਹਿਬ ਝੂਲਦਾ, ਜਿੱਥੇ ਮਤਲਬ ਗੁਰਦੁਆਰਾ ਬਣਿਆ ਹੋਇਆ, ਜਿੱਥੇ ਗੁਰਬਾਣੀ ਦਾ ਪਾਠ ਹੁੰਦਾ, ਜਿੱਥੇ ਅੰਮ੍ਰਿਤ ਵੇਲੇ ਨਿਤਨੇਮ ਹੁੰਦਾ, ਲੇਕਿਨ ਉੱਥੇ ਅਕਾਲ ਤਖਤ ਸਾਹਿਬ ਦੀ ਜਿਹੜੀ ਪੰਥਕ ਰਹਿਤ ਮਰਿਆਦਾ ਉਹਦੀ ਪਹਿਰੇਦਾਰੀ ਸਹੀ ਨਹੀਂ ਹੁੰਦੀ। ਉਹਨਾਂ ਥਾਵਾਂ 'ਤੇ ਵੀ ਚਲੇ ਗਏ, ਲੇਕਿਨ ਪੰਥ ਦੇ ਸਾਹਮਣੇ ਇਹ ਦੱਸਣ ਵਿੱਚ ਕੀ ਇਤਰਾਜ਼ ਹੈ ਕਿ ਜੀ ਸਰੂਪ ਕਿੱਥੇ ਕਿੱਥੇ ਗਏ ਨੇ, ਇਹ ਦੱਸਣਾ ਚਾਹੀਦਾ। ਜਿਹੜੀਆਂ ਜਥੇਬੰਦੀਆਂ ਉੱਥੇ ਬੈਠੀਆਂ ਨੇ, ਨੋਟਿਸ ਲੈਣਾ ਉਹਨਾਂ ਦੀ ਡਿਊਟੀ ਸੀ, ਉਹਨਾਂ ਦਾ ਫਰਜ਼ ਸੀ, ਉਹਨਾਂ ਦਾ ਧਰਮ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਵੇਂ ਮੈਂ ਆਪ ਜੀ ਨੂੰ ਕਿਹਾ ਕਿ ਧਾਰਮਿਕ ਸੰਸਥਾ, ਉਹਦੇ ਬਾਰ ਦੇ ਮੂਹਰੇ ਬੈਠ ਕੇ ਸ਼੍ਰੋਮਣੀ ਕਮੇਟੀ ਨੂੰ ਮਸੰਦ ਕਹਿਣਾ, ਸ਼੍ਰੋਮਣੀ ਕਮੇਟੀ ਨੂੰ ਗੁੰਡੇ ਕਹਿਣਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਅਸਭਿਅਕ ਸ਼ਬਦਾਵਲੀ ਵਰਤਣੀ, ਇਹ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਤੇ ਜੇ ਉਹਨਾਂ ਸੱਜਣਾਂ ਨੇ ਇਸ ਕਿਸਮ ਦਾ ਵਰਤਾਰਾ ਕਰਨਾ ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਦਰਸ਼ਨੀ ਡਿਊਟੀ ਤੋਂ ਬਾਹਰ ਬੈਠ ਕੇ ਇਸ ਕਿਸਮ ਦੀਆਂ ਗੱਲਾਂ ਕਰ ਲੈਣ। ਜਾਂ ਮੈਂ ਸਮਝਦਾ ਕਿ ਗੁਰਦੁਆਰਾ ਕੰਪਲੈਕਸ ਦੇ ਅੱਗੇ ਧਰਨਾ ਦੇਣ ਦਾ ਮਤਲਬ ਕੋਈ ਬਣਦਾ ਹੀ ਨਹੀਂ, ਕਿਉਂਕਿ ਧਰਨਾ ਤਾਂ ਦੇਣਾ ਚਾਹੀਦਾ ਇੱਕ ਉਸ ਅਥਾਰਟੀ ਦੇ ਖਿਲਾਫ ਜਿਹੜੀ ਫੈਸਲਾ ਲੈਣ ਦੇ ਲਈ ਕੰਪੀਟੈਂਟ ਹੈ। ਉਹ ਹੈ ਆਪਣਾ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹ ਹੈ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ। ਉਹਨਾਂ ਦੇ ਮੈਂਬਰਾਂ ਦੇ ਘਰਾਂ 'ਤੇ ਜਾਣ, ਉੱਥੇ ਧਰਨੇ ਦੇ ਦੇਣ, ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਬਾਹਰ 'ਚ ਧਰਨੇ ਦੇਣ, ਉੱਥੇ ਦੇ ਹੀ ਰਹੇ ਨੇ ਬਹੁਤ ਸਾਰੇ ਲੋਕ। ਲੇਕਿਨ ਉੱਥੇ ਨਹੀਂ ਮਤਲਬ ਇੱਦਾਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਉੱਥੇ ਝਗੜਾ ਹੋਇਆ ਟਾਸਕ ਫੋਰਸ ਦਾ, ਉਹ ਝਗੜਾ ਇਹ ਨਹੀਂ ਹੈ ਜਿਹੜਾ ਬਣਾਇਆ ਜਾ ਰਿਹਾ। ਅਸਲ ਵਿੱਚ ਗੱਲ ਇਹ ਸੀ ਕਿ ਇੱਕ ਨਿਹੰਗ ਸਿੰਘ ਕੋਲ ਸ੍ਰੀ ਸਾਹਿਬ ਸੀ ਵੱਡੀ, ਉਹ
ਮਤਲਬ ਥੋੜਾ ਜਿਹਾ ਜਜ਼ਬਾਤੀ ਹੋ ਕੇ ਬੋਲ ਰਿਹਾ ਸੀ ਤੇ ਟਾਸਕ ਫੋਰਸ ਵਾਲੇ ਉਹਦੀ ਮਤਲਬ ਜਿਹੜੀ ਸ਼੍ਰੀ ਸਾਹਿਬ ਸੀ ਉਹ ਉਹਦੇ ਕੋਲੋਂ ਫੜ ਰਹੇ ਸੀ। ਉਹ ਫੜਦਿਆਂ ਹੀ ਉਹਦੀ ਦਸਤਾਰ ਲੈ ਗਈ, ਜ਼ਬਰਦਸਤੀ ਕਿਸੇ ਨੇ ਫੜ ਕੇ ਉਹਦੀ ਦਸਤਾਰ ਨਹੀਂ ਲਾਈ। ਤੁਸੀਂ ਕਲਿੱਪ ਦੇਖ ਸਕਦੇ ਹੋ ਉਹਦੇ ਵਿੱਚ। ਪਰ ਜੇ ਫੇਰ ਵੀ ਕਿਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸੋਂ ਇਹੋ ਜਿਹੀ ਅਣਗਹਿਲੀ ਹੋਈ ਹੈ, ਇਹ ਮੈਂ ਸਮਝਦਾ ਬਿਲਕੁਲ ਗਲਤ ਹੈ। ਇਹਦਾ ਨੋਟਿਸ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੇ ਵੀ ਲਿਆ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਜਿਹੜੇ ਮੁਲਾਜ਼ਮ ਸੀਗੇ ਉਹਦੇ ਵਿੱਚ ਸ਼ਾਮਲ ਸੀ ਉਹ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣ। ਸਰ, ਧਰਮ ਦੇ ਸਾਹਮਣੇ ਇਸ ਵਕਤ ਬਹੁਤ ਚੁਣੌਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਢੱਡਰੀਆਂ ਵਾਲਾ ਤੇ ਜਿਹੜੇ ਦਮਦਮੀ ਟਕਸਾਲ ਦਾ ਮਾਮਲਾ ਵੀ ਹੈ। ਲੰਘੇ ਦਿਨੀ ਢੱਡਰੀਆਂ ਵਾਲਾ ਨੂੰ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੇ ਵੱਲੋਂ ਅੱਗੋਂ ਪਲਟਵਾਰ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਮੇਰੇ ਪ੍ਰਚਾਰ ਨੂੰ ਰੋਕਣ ਵਾਸਤੇ ਮੈਂ ਆਪਣੇ ਦੀਵਾਨਾਂ 'ਚ ਸੱਚ ਬੋਲਦਾ ਤੇ ਸ਼੍ਰੋਮਣੀ ਕਮੇਟੀ ਮੇਰੇ ਪ੍ਰਚਾਰ ਨੂੰ ਰੋਕਣ ਵਾਸਤੇ ਸੱਚ ਨਹੀਂ ਸੁਣ ਸਕਦੀ, ਇਸ ਲਈ ਮੈਨੂੰ ਇਹੋ ਜਿਹੀਆਂ ਸਜ਼ਾਵਾਂ ਦੇ ਰਹੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਢੱਡਰੀਆਂ ਵਾਲਿਆਂ ਦੇ ਬਹੁਤ ਫਾਲੋਅਰਸ ਨੇ ਸੰਗਤ ਦੇ ਰੂਪ ਦੇ ਵਿੱਚ। ਪਹਿਲੀ ਵਾਰ ਹੋਇਆ ਮੇਰਾ ਖਿਆਲ ਆ ਵੀ ਸ਼ਾਇਦ ਸੰਤ ਈਸਰ ਸਿੰਘ ਜੀ ਰਾੜੇ ਵਾਲੇ ਜਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਾਂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਤੋਂ ਬਾਅਦ ਬੜੀ ਵੱਡੀ ਗਿਣਤੀ ਵੀ ਸਿੱਖ ਸੰਗਤ ਜਿਹੜੀ ਆ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਾਗਮ 'ਚ ਜੁੜਨ ਲੱਗੀ ਆ। ਲੇਕਿਨ ਉਹਨਾਂ ਨੂੰ ਇੱਕ ਗੱਲ ਦਾ ਧਿਆਨ ਰੱਖਣ ਦਾ ਯਤਨ ਕਰਨਾ ਚਾਹੀਦਾ ਕਿ ਕੋਈ ਇਹੋ ਜਿਹੀ ਭਾਵਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਹੈ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨਹੀਂ ਹੈ ਕਿ ਉਹਦੇ ਪ੍ਰਚਾਰ ਉੱਤੇ ਕਿਸੇ ਕਿਸਮ ਦੀ ਪਾਬੰਦੀ ਲਾਈ ਗਈ ਹੋਵੇ। ਕੁਝ ਗੱਲਾਂ ਨੇ ਇਤਿਹਾਸਕਾਰਾਂ ਨੇ ਲਿਖੀਆਂ ਨੇ, ਭਾਈ ਸੰਤੋਖ ਸਿੰਘ ਜੀ ਨੇ ਜਾਂ ਗਿਆਨੀ ਗਿਆਨ ਸਿੰਘ ਜੀ ਨੇ ਜਾਂ ਹੋਰ ਬਹੁਤ ਸਾਰੇ ਮਤਲਬ ਵਿਦਵਾਨਾਂ ਨੇ। ਪੁਰਾਤਨ ਜੋ ਸਾਡਾ ਇਤਿਹਾਸ ਹੈ, ਜੋ ਸਾਡੇ ਸੋਰਸ ਨੇ, ਸਾਡੇ ਸਰੋਤ ਨੇ, ਉਹਨਾਂ ਵਿੱਚ ਕੁਝ ਅਜਿਹੀਆਂ ਗੱਲਾਂ ਰਲ ਗੱਡ ਹੋਈਆਂ ਨੇ। ਉਹ ਇਹ ਸਮਝ ਲਿਆ ਜਾਣਾ ਚਾਹੀਦਾ ਕਿ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਵਰਗੇ ਵਿਦਵਾਨ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ ਕਦਾਚਿਤ ਵੀ ਨਹੀਂ ਲਿਖ ਸਕਦੇ। ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਉਹਨਾਂ ਦਾ ਖਰੜਾ ਸੀ, ਉਹ ਖਰੜੇ ਦੇ ਵਿੱਚ ਕਿਸੇ ਬੰਦੇ ਨੇ ਰਲ ਗੱਡ ਕੀਤਾ। ਲੇਕਿਨ ਟੌੜਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਸਾਨੂੰ ਸੰਗਤ ਵਿੱਚ ਉਹੀ ਗੱਲ ਸੁਣਾਉਣੀ ਚਾਹੀਦੀ ਹੈ ਜਿਹੜੀ ਗੁਰਮਤਿ ਦੀ ਕਸਵੱਟੀ ਤੇ ਗੁਰਬਾਣੀ ਦੀ ਕਸਵੱਟੀ ਉੱਤੇ ਪੂਰੀ ਉਤਰਦੀ ਹੋਵੇ। ਦੇਖੋ, ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਦੇ ਵਿੱਚ ਬਹੁਤ ਕੁਝ ਅਜਿਹਾ ਵੀ ਹੈ ਜਿਹੜਾ ਸੰਗਤਾਂ ਨੂੰ ਸੁਣਾਉਣਾ ਬਹੁਤ ਜ਼ਰੂਰੀ ਹੈ, ਕੁਝ ਅਜਿਹਾ ਵੀ ਹੈ ਜਿਹੜਾ ਛੱਡਣਾ ਵੀ ਜ਼ਰੂਰੀ ਹੈ। ਲੇਕਿਨ ਭਾਈ ਰਣਜੀਤ ਸਿੰਘ ਜੀ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਰਾਗੀ, ਕੋਈ ਢਾਡੀ, ਕੋਈ ਪ੍ਰਚਾਰਕ, ਕੋਈ ਕਥਾਵਾਚਕ ਉਹ ਗੱਲ ਕਦੇ ਵੀ ਸੰਗਤ ਵਿੱਚ ਨਹੀਂ ਸੁਣਾਉਂਦਾ ਜਿਹੜੀ ਗੁਰਬਾਣੀ ਦੇ ਸਿਧਾਂਤ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ। ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਜ਼ਰੂਰੀ ਹੈ ਕਿ ਤੁਸੀਂ ਉਹ ਗੱਲ ਜਿਹੜੀ ਸੱਭਿਅਕ ਭਾਸ਼ਾ ਨਾਲ ਕਿਤੇ ਨਾ ਕਿਤੇ ਕਿਸੇ ਨੇ ਰਲ ਗੱਡ ਕਰਤੀ ਕਿ ਤੁਸੀਂ ਉਹਨੂੰ ਮਤਲਬ ਸੰਗਤ ਵਿੱਚ ਸੁਣਾਉਣ ਦਾ ਯਤਨ ਕਰੋ। ਭਾਈ ਰਣਜੀਤ ਸਿੰਘ ਨੇ ਇਹ ਗੱਲਾਂ ਸੁਣਾਉਣੀਆਂ ਸ਼ੁਰੂ ਕੀਤੀਆਂ, ਜਿਹਦਾ ਬਹੁਤ ਸਾਰੇ ਵਿਦਵਾਨਾਂ ਨੇ ਨੋਟਿਸ ਲਿਆ ਵੀ ਇਹਨੂੰ ਪਬਲਿਕਲੀ ਗੱਲਾਂ ਨੂੰ ਨਹੀਂ ਸੁਣਾਇਆ ਜਾਣਾ ਚਾਹੀਦਾ, ਇਹ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਨੇ। ਅਤੇ ਜਦੋਂ ਇਹ ਗੱਲਾਂ ਸ਼ੁਰੂ ਹੋਈਆਂ ਤਾਂ ਕੁਝ ਟਕਰਾਅ ਵਧਿਆ। ਉਹਨਾਂ ਨੂੰ 5 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ ਗਈ, ਜਿਹੜੀ ਕਮੇਟੀ ਨੇ 3 ਮੀਟਿੰਗਾਂ ਕੀਤੀਆਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ, ਅਤੇ ਬਾਰ-ਬਾਰ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਉਸ ਕਮੇਟੀ ਦੀ ਸ਼ਿਕਾਇਤ ਆਈ ਹੈ ਪੰਥਕ ਜਥੇਬੰਦੀਆਂ ਦੀ, ਸੰਪਰਦਾਵਾਂ ਦੀ, ਉਹ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਕਿਹਾ ਤੁਸੀਂ ਆਪਣੀ ਕਲੈਰੀਫਿਕੇਸ਼ਨ ਦੇ ਦਿਓ, ਤੁਸੀਂ ਆਪਣਾ ਸਪਸ਼ਟੀਕਰਨ ਦੇ ਦਿਓ, ਤੁਸੀਂ ਆਪਣਾ ਪੱਖ ਜਿਹੜਾ ਇਸ ਕਮੇਟੀ ਦੇ ਅੱਗੇ ਰੱਖ ਦਿਓ। ਉਹ 3 ਵਾਰੀ ਉਹਨਾਂ ਨੂੰ ਸੱਦਿਆ ਗਿਆ, ਉਹ ਨਹੀਂ ਆਏ। ਮੈਂ ਵੀ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾ ਕੇ ਉਹਨਾਂ ਨੂੰ ਪ੍ਰੈਸ ਦੇ ਜ਼ਰੀਏ ਬੇਨਤੀ ਕੀਤੀ ਸੀ। ਫਿਰ ਮੈਂ ਇੱਕ ਸਿੰਘ ਵੀ ਭੇਜਿਆ ਉਚੇਚੇ ਤੌਰ 'ਤੇ ਉਹਨਾਂ ਕੋਲ ਕਿ ਤੁਸੀਂ ਦੱਸੋ ਚਾਹੁੰਦੇ ਕਿਉਂ। ਜੇ ਤੁਹਾਨੂੰ ਇੱਦਾਂ ਲੱਗਦਾ ਕਿ ਇਹਨਾਂ ਵਿੱਚ ਕੋਈ ਮੈਂਬਰ ਇਹੋ ਜਿਹਾ ਜਿਹੜਾ ਪੱਖਪਾਤੀ ਹੈ, ਉਹ ਮੈਂਬਰ ਦੀ ਬਦਲੀ ਕੀਤੀ ਜਾ ਸਕਦੀ ਹੈ, ਬਦਲਿਆ ਜਾ ਸਕਦਾ, ਹੋਰ ਮੈਂਬਰ ਲਾਇਆ ਜਾ ਸਕਦਾ। ਜੇ ਤੁਸੀਂ ਕਮੇਟੀ ਅੱਗੇ ਨਹੀਂ ਪੇਸ਼ ਹੋਣਾ ਚਾਹੁੰਦੇ, ਤੁਸੀਂ ਦਮਦਮਾ ਸਾਹਿਬ ਚਲੇ ਜਾਓ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਥੇ ਕਾਇਮ ਮਕਾਮ ਮੁਕੰਮਲ ਜਥੇਦਾਰ ਨੇ, ਉੱਥੇ ਉਹਨਾਂ ਨੂੰ ਮਿਲੋ, ਉੱਥੇ ਆਪਣਾ ਪੱਖ ਉਹਨਾਂ ਨੂੰ ਦੱਸ ਦਿਓ। ਅਤੇ ਨੰਬਰ ਤੀਸਰੀ ਗੱਲ, ਜੇ ਉਹ ਇਹ ਚਾਹੁੰਦੇ ਨੇ ਕਿ ਮੈਂ ਗੁਰਮਤਿ ਦਾ ਪ੍ਰਚਾਰ ਕਰਨਾ, ਮੈਂ ਸਿੱਖੀ ਦਾ ਪ੍ਰਚਾਰ ਕਰਨਾ, ਤਾਂ ਮੈਂ ਸਮਝਦਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਜੇ ਉਹਨਾਂ ਨੂੰ ਸੱਦ ਲਿਆ ਸੀ ਤਾਂ ਉਹਨਾਂ ਦੀ ਸ਼ਾਨ 'ਚ ਕੋਈ ਫਰਕ ਤਾਂ ਪੈਣਾ ਨਹੀਂ ਸੀ।
ਸਗੋਂ ਇਹ ਸ਼ੋਭਾ ਉਹਨਾਂ ਦੀ ਵਧਣੀ ਸੀ, ਉਹਨਾਂ ਦੀ ਸ਼ਾਨ ਵਧਣੀ ਸੀ। ਪੰਥ ਵਿੱਚ ਉਹਨਾਂ ਦਾ ਸਨਮਾਨ ਹੋਰ ਵੱਧ ਬਹਾਲ ਹੁੰਦਾ। ਉਹ ਜਾਂਦੇ, ਜਾ ਕੇ ਪੰਜ ਸਿੰਘ ਸਾਹਿਬਾਨ ਕੋਲ ਆਪਣਾ ਪੱਖ ਰੱਖਦੇ। ਜਿਹੜੀਆਂ ਗੱਲਾਂ ਉਹ ਬਾਹਰ ਕਹਿੰਦੇ ਨੇ, ਮੈਂ ਵੀ ਉਹਨਾਂ ਗੱਲਾਂ ਨਾਲ ਸਹਿਮਤ ਹਾਂ। ਜਿਵੇਂ ਉਹਨਾਂ ਨੇ ਬਾਹਰ ਕਿਹਾ ਪਬਲਿਕਲੀ ਕਿ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਜਦੋਂ ਸਰਸੇ ਵਾਲੇ ਸਾਧ ਨੂੰ ਮਤਲਬ ਮਾਫੀ ਦੇ ਦਿੱਤੀ ਤਾਂ ਉਹਦੀ ਜਵਾਬ ਤਲਬੀ ਕਿਉਂ ਨਹੀਂ ਕੀਤੀ ਗਈ? ਤੇ ਕੀਤੀ ਜਾਣੀ ਚਾਹੀਦੀ ਹੈ। ਤੇ ਅਕਾਲ ਤਖਤ ਸਾਹਿਬ ਦੀ ਡਿਊਟੀ ਬਣਦੀ ਹੈ, ਅਕਾਲ ਤਖਤ ਸਾਹਿਬ ਦਾ ਫਰਜ਼ ਬਣਦਾ। ਮੈਂ ਆਪਣੀ ਤਨਖਾਹ ਪੂਰੀ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਚਿੱਠੀ ਲਿਖਾਂਗਾ ਕਿ ਇਹ ਪੱਖ ਜਿਹੜਾ ਬਿਲਕੁਲ ਮਤਲਬ ਠੀਕ ਹੈ। ਤੇ ਗਿਆਨੀ ਗੁਰਬਚਨ ਸਿੰਘ ਹੋਣੀ ਜਾਂ ਜਿਹੜੇ ਬਾਕੀ ਪੰਜ ਸਿੰਘ ਸਾਹਿਬਾਨ ਸੀ ਜਿਨ੍ਹਾਂ ਨੇ ਮਤਲਬ ਸਰਸੇ ਵਾਲੇ ਪਖੰਡੀ ਸਾਧ ਨੂੰ ਮਾਫੀ ਦਿੱਤੀ, ਜਿਹਨੇ ਵੱਡਾ ਵੱਜਰ ਗੁਨਾਹ ਕੀਤਾ, ਉਹਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ। ਭਾਈ ਰਣਜੀਤ ਸਿੰਘ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਪੱਖ ਸ਼੍ਰੀ ਅਕਾਲ ਤਖਤ ਸਾਹਿਬ ਤੇ ਰੱਖਣ, ਬਕਾਇਦਾ ਸ਼ਿਕਾਇਤ ਦੇਣ ਲਿਖਤੀ ਰੂਪ ਦੇ ਵਿੱਚ ਕਿ ਜੀ ਇਹ ਆਹ ਗੱਲਾਂ ਤਾਂ ਮੇਰਾ ਇਤਰਾਜ਼ ਹੈ, ਇਹਨਾਂ ਦੀ ਜਵਾਬ ਤਲਬੀ ਕਰੋ, ਇਹ ਗੱਲਾਂ ਬੰਦ ਕਰੋ। ਨੰਬਰ ਤੀਸਰੀ ਗੱਲ ਜਿਹੜੀ ਉਹ ਕਹਿੰਦੇ ਨੇ ਇਤਿਹਾਸ ਵਿੱਚੋਂ ਇਹ ਹਿੱਸਾ ਕੱਢਣਾ ਚਾਹੀਦਾ ਹੈ। ਦੇਖੋ ਇੱਕ ਗੱਲ ਤਾਂ ਇਹ ਹੈ, ਡਾਕਟਰ ਗੰਡਾ ਸਿੰਘ ਨੇ ਤੇ ਭਾਈ ਵੀਰ ਸਿੰਘ ਨੇ ਜਦੋਂ ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼ ਇਹ ਗ੍ਰੰਥ ਪੜ੍ਹੇ ਨੇ ਤਾਂ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਥੱਲੇ ਫੁੱਟਨੋਟ ਦਿੱਤੇ ਨੇ ਕਿ ਇਹ ਗੱਲਾਂ ਕਿਤੇ ਨਾ ਕਿਤੇ ਰਲ ਗੱਡ ਨੇ, ਇਹ ਗੱਲਾਂ ਗੁਰਬਾਣੀ ਦੇ ਸਿਧਾਂਤ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੇ ਗੁਰੂ ਸਾਹਿਬਾਨ ਦਾ 10 ਗੁਰੂ ਸਾਹਿਬਾਨ ਦਾ ਇਤਿਹਾਸ ਜਿਹੜਾ ਉਹ 9 ਗੁਰੂ ਸਾਹਿਬਾਨ ਤੱਕ ਮੁਕੰਮਲ ਕਰ ਲਿਆ। ਡਾਕਟਰ ਜਿਹੜੇ ਸੀ ਆਪਣ ਕਿਰਪਾਲ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ। ਉਸ ਕਮੇਟੀ ਨੂੰ ਕਿਹਾ ਗਿਆ ਕਿ ਇਹ ਗੱਲਾਂ ਜਿਹੜੀਆਂ ਗੁਰਬਾਣੀ ਦੇ ਸਿਧਾਂਤ ਤੇ ਕਸਵੱਟੀ ਤੀ ਪੂਰੀ ਨਹੀਂ ਉਤਰਦੀਆਂ, ਉਹਨਾਂ ਦਾ ਮਤਲਬ ਦੇਖਣਾ ਚਾਹੀਦਾ ਹੈ। ਇਤਿਹਾਸ ਵਿੱਚ ਦੁਆਰੇ ਤੋਂ ਇਹ ਲਿਖਤ ਹੋਣੀ ਚਾਹੀਦੀ ਹੈ। ਉਹ ਉਹਨਾਂ ਨੇ ਫੁੱਟਨੋਟ ਸਾਰੀਆਂ ਗੱਲਾਂ ਕੱਢ ਕੇ ਫੁੱਟਨੋਟ ਦੇ ਕਰਕੇ ਪਿੱਛੇ ਦੇ ਦਿੱਤੀਆਂ। ਲੇਕਿਨ ਉਹਨੂੰ ਮੁਕੰਮਲ ਰੂਪ ਦੇ ਵਿੱਚ ਜੇ ਕੋਈ ਇਹ ਕਹੇ ਕਿ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਿਓ ਤਾਂ ਉਸ ਜਿਹੜਾ ਇਤਿਹਾਸ ਹੈ ਜਾਂ ਉਹ ਜਿਹੜਾ ਸਾਡੇ ਕੋਲ ਇੱਕ ਧਾਰਮਿਕ ਹਿਸਟਰੀ ਹੈ ਉਹ ਫਿਰ ਉਹਦੀ ਅਥੈਂਟਿਸਿਟੀ ਮੁੱਕ ਜਾਏਗੀ। ਫਿਰ ਉਹਨੂੰ ਹਰ ਇੱਕ ਬੰਦਾ ਇਹ ਲਿਖ ਹੀ ਜਾਏਗਾ ਉਹ ਜਾਰੇ ਤਾਂ ਫਲਾਣੇ ਨੇ ਲਿਖਿਆ ਹੁਣ ਦੁਆਰੇ, ਉਹ ਤਾਂ ਹੈ ਹੀ ਨਹੀਂ ਇਸ ਤਰ੍ਹਾਂ ਦਾ। ਉਹਨੂੰ ਪਰ ਸੰਗਤ ਵਿੱਚ ਉਹਨੂੰ ਸੁਣਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਨਾਲੇ ਇੱਕ ਗੱਲ ਇਹ ਵੀ ਸਮਝਣ ਦਾ ਉਹ 9 ਵਾਲੀਅਮ ਤੱਕ 9 ਗੁਰੂ ਸਾਹਿਬਾਨ ਤੱਕ ਅਸੀਂ ਮੁਕੰਮਲ ਕਰ ਲਿਆ। ਉਹਦੀਆਂ 23 ਵਾਲੀਅਮ ਜਿਹੜੀਆਂ ਮੁਕੰਮਲ ਅਸੀਂ ਛਾਪ ਦਿੱਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅਵੇਲੇਬਲ ਨੇ, ਕੋਈ ਬੰਦਾ ਉੱਥੋਂ ਲੈ ਸਕਦਾ, ਪੜ੍ਹ ਸਕਦਾ ਤੇ ਰਿਸਰਚ ਕਰ ਸਕਦਾ। ਤੀਸਰੀ ਗੱਲ ਜਿਹੜੇ ਸਾਡੇ ਪੁਰਾਤਨ ਸੋਰਸ ਨੇ ਹਿਸਟਰੀ ਦੇ, ਉਹ ਜਾਂ ਤਾਂ ਵਿਦਵਾਨਾਂ ਦਾ ਵਿਸ਼ਾ ਜਾਂ ਫਿਰ ਸੰਤਾਂ ਮਹਾਂਪੁਰਸ਼ਾਂ ਦਾ ਸੰਪਰਦਾਵਾਂ ਦਾ ਵਿਸ਼ਾ, ਤੇ ਇਹ ਸੰਗਤ ਵਿੱਚ ਸੁਣਾਉਣ ਵਾਲੇ ਵਿਸ਼ੇ ਨਹੀਂ ਹੈਗੇ। ਸੰਗਤ ਵਿੱਚ ਤਾਂ ਸਾਨੂੰ ਉਹ ਗੱਲ ਸੁਣਾਉਣੀ ਚਾਹੀਦੀ ਹੈ ਜਿਹੜੀ ਸੰਗਤ ਗੁਰੂ ਪ੍ਰਤੀ ਸ਼ਰਧਾ ਜਿਹਦੇ ਵਿੱਚ ਪ੍ਰਗਟ ਹੁੰਦੀ ਹੋਵੇ ਤੇ ਸੱਚ ਜਿਹਦੇ ਵਿੱਚ ਨਜ਼ਰ ਆਉਂਦਾ ਹੋਵੇ, ਉਹੀ ਗੱਲ ਸਾਨੂੰ ਸੰਗਤ ਵਿੱਚ ਸੁਣਾਉਣ ਦਾ ਉਪਰਾਲਾ ਕਰਨਾ ਚਾਹੀਦਾ। ਇੱਕ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ, ਬੁੱਢਾ ਦਲ ਦੀ ਜਥੇਬੰਦੀ ਹੈ, ਤਰਨਾ ਦਲ ਦੀ ਜਥੇਬੰਦੀ ਹੈ, ਹਰੀਆਂ ਬੇਲਾਂ ਵਾਲੇ ਨੇ, ਸ਼ਹੀਦਾਂ ਮਿਸ਼ਲਾਂ ਵਾਲੇ ਨਿਹੰਗ ਸਿੰਘ ਨੇ, ਉਹ 10ਮ ਗ੍ਰੰਥ ਨੂੰ ਮੰਨਦੇ ਨੇ। ਲੇਕਿਨ ਉਹ 10ਮ ਗ੍ਰੰਥ ਦੀ ਕਥਾ ਇਸ ਤਰ੍ਹਾਂ ਨਹੀਂ ਕਰਦੇ ਜਿਵੇਂ ਸੰਗਤ ਕਰਦੀ ਹੈ। ਸੰਗਤ ਵਿੱਚ ਬੈਠ ਕੇ ਨਹੀਂ ਸੁਣਾਉਂਦੇ, ਉਹ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ। ਦਮਦਮੀ ਟਕਸਾਲ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹੈ, ਲੇਕਿਨ ਉਹ ਸੰਗਤ ਵਿੱਚ ਇੱਦਾਂ ਨਹੀਂ ਸੁਣਾਉਂਦੇ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੁਣਾਉਂਦੇ ਨੇ। ਮੇਰੀ ਭਾਈ ਰਣਜੀਤ ਸਿੰਘ ਉਹਨਾਂ ਨੂੰ ਅੱਜ ਵੀ ਅਪੀਲ ਹੈ, ਪੰਥ ਵਿੱਚੋਂ ਟੁੱਟ ਕੇ ਸਾਡੀ ਦਸ਼ਾ ਉਸੇ ਕਿਸਮ ਦੀ ਹੈ ਜਿਵੇਂ ਅਸੀਂ ਪਾਣੀ ਵਿੱਚੋਂ ਇੱਕ ਮੱਛੀ ਨਿਕਲ ਜਾਏ ਬਾਹਰ, ਪਾਣੀ ਤੋਂ ਬਿਨਾਂ ਮੱਛੀ ਨਹੀਂ ਜੀ ਸਕਦੀ। ਇਸ ਕਰਕੇ ਸਿੱਖ ਪੰਥ ਤੋਂ ਬਿਨਾਂ ਜੀ ਨਹੀਂ ਸਕਦਾ। ਸਿੱਖ ਗੁਰੂ ਨਾਲੋਂ ਟੁੱਟ ਕੇ, ਗੁਰੂ ਪੰਥ ਨਾਲੋਂ ਟੁੱਟ ਕੇ, ਦੇਖੋ ਸਿੱਖ ਦੀ ਆਤਮਾ ਤਾਂ ਹੈਗੀ ਗ੍ਰੰਥ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਿੱਖ ਦਾ ਸਰੀਰ ਜਿਹੜਾ ਉਹ ਗੁਰੂ ਖਾਲਸਾ ਪੰਥ ਵਿੱਚ ਹੈ। ਇਸ ਕਰਕੇ ਸਾਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਕਿ ਆਤਮਾ ਗ੍ਰੰਥ ਵਿੱਚ ਹੈ ਤੇ ਸਾਡੀ ਮਤਲਬ ਜਿਹੜੀ ਹੈ ਸਰੀਰ ਰੂਪ ਦੇ ਵਿੱਚ ਅਸੀਂ ਖਾਲਸਾ ਪੰਥ ਤੋਂ ਵੱਖਰੇ ਹੋ ਕੇ ਕਦਾਚਿਤ ਵੀ ਨਹੀਂ ਜੀ ਸਕਦੇ। ਭਾਈ ਰਣਜੀਤ ਸਿੰਘ ਨੂੰ ਹੱਠ ਧਰਮੀ ਛੱਡਣੀ ਚਾਹੀਦੀ ਹੈ, ਨਿਮਰਤਾ ਨਾਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ, ਆਪਣਾ ਪੱਖ ਰੱਖਣ, ਉਹਨਾਂ ਨੂੰ ਬਕਾਇਦਾ ਚਿੱਠੀ ਲਿਖਣ ਵੀ ਮੈਨੂੰ 2 ਘੰਟੇ ਆਪਣਾ ਪੱਖ ਰੱਖਣ ਲਈ ਦਿੱਤਾ ਜਾਣਾ ਚਾਹੀਦਾ, ਉਹ ਰੱਖਣ ਜਾ ਕੇ। ਪਰ ਜੇ ਉਹ ਇਹ ਕਹਿਣ ਕਿ ਟੀਵੀ ਤੇ ਡਿਬੇਟ ਕਰੋ ਜੀ, ਟੀਵੀ ਤੇ ਮੇਰੇ ਨਾਲ ਬਹਿਸ ਕਰੋ, ਦੇਖੋ ਧਰਮ ਦੇ ਵਿਸ਼ੇ ਟੀਵੀ ਚੈਨਲਾਂ ਤੇ ਨਹੀਂ ਵਿਚਾਰ ਹੁੰਦੇ। ਧਰਮ ਦੇ ਵਿਸ਼ੇ ਪਬਲਿਕਲੀ ਵਿਚਾਰ ਨਹੀਂ ਹੁੰਦੇ।
ਸਾਡੇ ਅੰਦਰੂਨੀ ਮਾਮਲੇ ਨੇ। ਅੰਦਰੂਨੀ ਮਾਮਲਾਤ ਵਿੱਚ ਬਹੁਤ ਕੁਝ ਹੁੰਦਾ, ਵੱਧ ਘੱਟ ਵੀ ਹੁੰਦਾ, ਗੁੱਸੇ ਗਿਲੇ ਵੀ ਹੁੰਦੇ ਨੇ। ਅਸੀਂ ਆਪਣਾ ਜਲੂਸ ਦੁਨੀਆ ਭਰ ਵਿੱਚ ਕਿਉਂ ਕੱਢਣਾ ਚਾਹੁੰਦੇ ਹਾਂ ਜੀ? ਜਦੋਂ ਇਨਡੋਰ ਸਾਨੂੰ ਗੁਰੂ ਸਾਹਿਬ ਨੇ ਇੱਕ ਸਿਧਾਂਤ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਪ੍ਰਕਾਸ਼ ਕਰਕੇ ਉੱਥੇ ਬੈਠੋ ਅੰਦਰ ਅਤੇ ਆਪਣੀ ਡਿਸਕਸ਼ਨ ਕਰ ਲਓ, ਜਿਹੜੀ ਗੱਲ ਠੀਕ ਲੱਗਦੀ ਹੈ ਉਹਨਾਂ ਨੂੰ ਦੱਸ ਦਿਓ, ਅਤੇ ਜੋ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ। ਇੱਕ ਗੱਲ ਬੜੀ ਸਪਸ਼ਟ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਕਿਸੇ ਨਾਲ ਪੱਖਪਾਤੀ ਫੈਸਲਾ ਨਹੀਂ ਹੁੰਦਾ, ਅਤੇ ਨਾ ਹੀ ਕਿਸੇ ਜਥੇਦਾਰ ਸਾਹਿਬਾਨ ਨੂੰ ਕਰਨਾ ਚਾਹੀਦਾ, ਅਤੇ ਨਾ ਹੀ ਕਿਸੇ ਦੀ ਖੁਸ਼ਾਮਦੀ ਕਰਦਿਆਂ ਕੋਈ ਇਹੋ ਜਿਹਾ ਫੈਸਲਾ ਕਰਨਾ ਚਾਹੀਦਾ। ਕਿਸੇ ਦੀ ਲਗਾਇਆ ਜਾਂਦਾ ਹੈ ਕਿ ਜਥੇਦਾਰ ਅਕਾਲ ਤਖਤ ਬਾਦਲ ਪਰਿਵਾਰ ਦੇ ਪ੍ਰਭਾਵ ਦੇ ਹੇਠ ਕੰਮ ਕਰਦੇ ਨੇ। ਦੇਖੋ, ਮੈਨੂੰ ਲੱਗਦਾ ਹਰ ਸਿੱਖ ਨੂੰ, ਜਥੇਦਾਰ ਨੂੰ ਆਪਣੀ ਰਾਏ ਦੇਣੀ ਚਾਹੀਦੀ ਹੈ। ਭਾਵੇਂ ਤੁਸੀਂ ਹੋ, ਭਾਵੇਂ ਮੈਂ ਹਾਂ, ਭਾਵੇਂ ਭਾਈ ਸਾਹਿਬ ਨੇ, ਭਾਵੇਂ ਕੋਈ ਹੋਰ ਹੈ। ਜਥੇਦਾਰ ਉਹਦੇ 'ਚ ਕਿੰਨਾ ਕੁ ਮੰਨਦਾ, ਕਿਸੇ ਦੀ ਗੱਲ ਕਿੰਨੀ ਕੁ ਨਹੀਂ ਮੰਨਦਾ, ਇਹ ਗੱਲ ਵੱਖਰੀ ਹੈ। ਇਹ ਗੱਲ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਦੱਸ ਸਕਦੇ ਨੇ ਕਿ ਉਹਨਾਂ ਨੇ ਕਿਸੇ ਦਾ ਪ੍ਰਭਾਵ ਕਦੇ ਕਿਸੇ ਦਾ ਕਬੂਲਿਆ ਕਿ ਨਹੀਂ ਕਬੂਲਿਆ, ਕਿਉਂਕਿ ਮੇਰੇ ਸਾਹਮਣੇ ਤਾਂ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਪਰ ਰਾਏ ਦੇਣੀ ਜਥੇਦਾਰ ਨੂੰ ਹਰ ਸਿੱਖ ਦੀ ਡਿਊਟੀ ਹੈ, ਫਰਜ਼ ਆ, ਦੇਣੀ ਚਾਹੀਦੀ ਹੈ। ਅਤੇ ਮਤਲਬ ਜੇ ਕੋਈ ਗੱਲ ਦੇ ਉੱਤੇ ਕਿਸੇ ਨੂੰ ਕਿੰਤੂ ਪਰੰਤੂ ਲੱਗਦਾ ਤਾਂ ਵੀ ਉਹ ਵੀ ਜਥੇਦਾਰ ਨੂੰ ਕਹਿਣਾ ਚਾਹੀਦਾ। ਜਿਵੇਂ ਮੈਂ ਤੁਹਾਡੇ ਸਾਹਮਣੇ ਮਤਲਬ ਤਨਖਾਹ ਦੇ ਸੰਬੰਧੀ 2 ਗੱਲਾਂ ਕੀਤੀਆਂ ਨੇ, ਅਤੇ ਇੱਦਾਂ ਦੀ ਰਾਏ ਦੇਣੀ ਚਾਹੀਦੀ ਹੈ, ਇਹ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ, ਸੁਪਰੀਮ ਕੋਰਟ ਕਿਹਾ ਜਾਂਦਾ ਸਿੱਖਾਂ ਦੀ। ਪਰ ਇਸ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸਿੱਖਾਂ ਦੀ ਸੁਪਰੀਮ ਕੋਰਟ ਹੈ, ਖੁਦ ਸਵਾਲਾਂ ਦੇ ਕਟਹਿਰੇ 'ਚ ਖੜੀ ਹੈ। ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਮੰਨੀ ਜਾ ਰਹੀ ਹੈ। ਦੇਖੋ, ਕੁਦਰਤੀ ਗੱਲ ਹੈ ਕਿ ਬਹੁਤ ਸਾਰੇ ਸਿਧਾਂਤਕ ਰੂਪ ਦੇ ਵਿੱਚ ਗਿਰਾਵਟਾਂ ਆਈਆਂ ਨੇ। ਇੱਕ ਗੱਲ ਤੁਸੀਂ ਮੰਨ ਕੇ ਤੁਰੋ ਕਿ ਜਿਹੋ ਜਿਹੀ ਲੀਡਰਸ਼ਿਪ ਹੋਏਗੀ, ਸੰਸਥਾਵਾਂ ਦਾ ਰੁਖ ਉਹੋ ਜਿਹਾ ਹੋ ਜਾਂਦਾ। ਇੱਕ ਸਮਾਂ ਐਸਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਧਰਮ ਦੀ ਅਤੇ ਰਾਜਨੀਤੀ ਲੀਡਰਸ਼ਿਪ ਸੀ, ਉਹ ਸੀ ਗੁਰਮਤਿ ਦੇ ਰੰਗ ਵਿੱਚ ਰੰਗੀ ਹੋਈ। ਉਹਦਾ ਬਾਣੀ ਉਹ 2 ਗੱਲਾਂ ਦੇ ਧਾਰਨੀ ਸਨ। ਅੱਜ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਹੈ, ਜਿਹੜੀ ਸਾਡੀ ਪੰਥਕ ਲੀਡਰਸ਼ਿਪ ਹੈ, ਇਹਦੇ ਵਿੱਚ ਇਸ ਗੱਲ ਤੋਂ ਕਿਤੇ ਨਾ ਕਿਤੇ ਗਿਰਾਵਟ ਆਈ ਹੈ। ਉਹ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਗੇ ਲੀਡਰਸ਼ਿਪ ਜਿਹੜੀ ਸੀ ਉਹ ਨਿਕਲਦੀ ਸੀ ਗੁਰਦੁਆਰਾ ਸਾਹਿਬ ਦੇ ਵੀ ਸੰਗਤ ਦੇ ਜੂਠੇ ਭਾਂਡੇ ਮਾਂਜ ਕੇ, ਜੋੜੇ ਝਾੜ ਕੇ ਸੰਗਤ ਦੇ, ਗੁਰਦੁਆਰਾ ਸਾਹਿਬ ਝਾੜੂ ਲਾ ਕੇ, ਦਰੀਆਂ ਵਿਛਾ ਕੇ, ਢਾਡੀ ਦਰਬਾਰ ਵਿੱਚੋਂ, ਅੱਗੇ ਗੁਰਮਤਿ ਟ੍ਰੇਨਿੰਗ ਕੈਂਪਾਂ ਵਿੱਚੋਂ, ਇੱਥੇ ਇਸ ਥਾਂ ਤੋਂ ਸਾਡੀ ਲੀਡਰਸ਼ਿਪ ਪੈਦਾ ਹੁੰਦੀ ਸੀ। ਉਹ ਗੁਰਮਤਿ ਦੇ ਰੰਗ ਵਿੱਚ ਰੰਗੀ ਹੁੰਦੀ ਸੀ, ਉਹ ਬਾਣੀ ਤੇ ਬਾਣੀ ਦੀ ਪੂਰੀ ਤਰ੍ਹਾਂ ਧਾਰਨੀ ਹੁੰਦੀ ਸੀ। ਅੱਜ ਅਸੀਂ ਲੀਡਰਸ਼ਿਪ ਕੱਢ ਰਹੇ ਹਾਂ ਲੈਂਡ ਮਾਰਗੇਜ ਬੈਂਕ ਦੀ ਚੋਣ 'ਚੋਂ, ਬਲਾਕ ਸੰਮਤੀ ਦੀ ਚੋਣ 'ਚੋਂ, ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਚੋਂ, MLA ਦੀ ਚੋਣ 'ਚੋਂ, ਮੈਂਬਰ ਪਾਰਲੀਮੈਂਟ ਦੀ ਚੋਣ 'ਚੋਂ। ਇੱਥੋਂ ਨਿਕਲੀ ਹੋਈ ਲੀਡਰਸ਼ਿਪ ਦੂਜੀਆਂ ਪਾਰਟੀਆਂ ਦੇ ਕੰਮ ਤਾਂ ਆ ਸਕਦੀ ਹੈ, ਕਾਂਗਰਸ ਦੇ ਕੰਮ ਆ ਸਕਦੀ ਹੈ, BJP ਦੇ ਕੰਮ ਆ ਸਕਦੀ ਹੈ, ਆਮ ਆਦਮੀ ਪਾਰਟੀ ਦੇ ਕੰਮ ਆ ਸਕਦੀ ਹੈ, BSP ਦੇ ਕੰਮ ਆ ਸਕਦੀ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਥਕ ਸੰਸਥਾ ਦੇ ਉਹ ਲੀਡਰਸ਼ਿਪ ਕੰਮ ਨਹੀਂ ਆ ਸਕਦੀ। ਅੱਜ ਜਿਹੜਾ ਗੁੱਸਾ, ਜਿਹੜਾ ਗਿਲਾ ਸਿੱਖ ਪੰਥ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਹੈ, ਸ਼੍ਰੋਮਣੀ ਅਕਾਲੀ ਦਲ 'ਤੇ ਹੈ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੈ, ਉਹਦਾ ਸਭ ਤੋਂ ਵੱਡਾ ਮਤਲਬ ਜਿਹੜਾ ਕਾਰਨ ਹੈ ਉਹ ਮੈਂ ਸਮਝਦਾ ਕਿ ਪੰਥਕ ਲੀਡਰਸ਼ਿਪ ਦਾ ਗੁਰਮਤਿ ਦੇ ਰੰਗ ਵਿੱਚ ਰੰਗਿਆ ਨਾ ਹੋਣਾ ਸਭ ਤੋਂ ਵੱਡਾ ਕਾਰਨ ਹੈ। ਅਤੇ ਬਾਣੀ ਤੇ ਬਾਣੇ ਦੇ ਸਾਨੂੰ ਧਾਰਨੀ ਹੋਣਾ ਚਾਹੀਦਾ। ਜਿੰਨਾ ਚਿਰ ਕਾਤਰੇ, ਹੁਣ ਮੈਂ ਮੈਂਬਰ ਸ਼੍ਰੋਮਣੀ ਕਮੇਟੀ ਦਾ, ਤੁਸੀਂ ਸ਼੍ਰੋਮਣੀ ਕਮੇਟੀ ਦੇ ਦੂਜੇ ਮੈਂਬਰਾਂ ਨੂੰ ਵੀ ਦੇਖ ਸਕਦੇ ਹੋ, ਜ਼ਿਆਦਾਤਰ ਹਰ ਮੈਂਬਰ ਕਿਰਪਾਨ ਥੱਲੇ ਦੀ ਪਹਿਨ ਕੇ ਰੱਖਦਾ। ਮੈਂ ਟੌੜਾ ਸਾਹਿਬ ਨਾਲ ਰਿਹਾ, ਉਹਨਾਂ ਨੇ ਆਪਣੇ ਪੂਰੇ ਜੀਵਨ ਵਿੱਚ ਕਿਰਪਾਨ ਨਹੀਂ ਕਦੇ ਲਾਹੀ, ਲਾਉਣੀ ਤਾਂ ਕੀ ਆ, ਉੱਪਰ ਦੀ ਪਾ ਕੇ ਰੱਖਦੇ। ਦੇਖੋ, ਸਿੱਖ ਦੇ ਕਕਾਰ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਦੋਂ ਇੱਕ ਮਨੁੱਖ ਨੂੰ ਖਾਲਸਾ ਸਜਾਇਆ ਤਾਂ ਉਹਨੂੰ ਬਹੁਤ ਵੱਡੀ ਗੱਲ ਕਹੀ ਮਹਾਰਾਜ ਨੇ। ਉਹਨਾਂ ਨੇ ਕਿਹਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਹੁਣ ਜਿਸ ਖਾਲਸੇ ਨੂੰ 5 ਕਕਾਰ ਦੇ ਕੇ, 5 ਬਾਣੀਆਂ ਦੇ ਨਿਤਨੇਮੀ ਬਣਾ ਕੇ, ਗੁਰਮਤਿ ਦਾ ਧਾਰਨੀ ਬਣਾ ਕੇ ਖਾਲਸਾ ਪੰਥ ਦੇ ਸਾਹਮਣੇ ਖੜਾ ਕਰ ਦਿੱਤਾ, ਉਹਨੂੰ ਆਪਣਾ ਸਤਿਗੁਰੂ ਮੰਨਿਆ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ। ਅਤੇ ਜਿਹੜੇ ਅੱਜ ਦੀ ਲੀਡਰਸ਼ਿਪ ਅਸੀਂ ਖੜੀ ਕਰਦੇ ਹਾਂ ਵੀ ਦਾੜੀ ਕੱਟੀ ਹੋਈ ਹੈ, ਨੀਲੀ ਦਸਤਾਰ ਸਜਾਈ ਹੋਈ ਹੈ,
ਤੇ ਤੁਸੀਂ ਮੈਨੂੰ ਦੱਸੋ ਜੀ ਉਹਨੂੰ ਪੰਥ ਕਿਵੇਂ ਪ੍ਰਵਾਨ ਕਰੇਗਾ। ਤੇ ਜੇ ਉਹਨੂੰ ਪੰਥ ਨਹੀਂ ਪ੍ਰਵਾਨ ਕਰਦਾ, ਉਹ ਸਾਡਾ ਜ਼ਿਲ੍ਹੇ ਦਾ ਜਥੇਦਾਰ ਬਣਿਆ ਵਾ, ਸਰਕਲ ਦਾ ਜਥੇਦਾਰ ਬਣਿਆ ਵਾ, ਜਾਂ ਸਾਡਾ ਕੋਈ ਹੋਰ ਅਹੁਦੇਦਾਰ ਹੈ, ਫਿਰ ਉਹ ਜਥੇਬੰਦੀ ਪ੍ਰਤੀ ਸ਼ਰਧਾ ਤੇ ਸਤਿਕਾਰ ਕੁਦਰਤੀ ਹੈ ਘਟੇਗੀ। ਫਿਰ ਉਹ ਉਹੀ ਅੱਗੇ ਇੱਕ ਗੱਲ ਮੈਂ ਤੁਹਾਡੇ ਹੋਰ ਵੀ ਨੋਟਿਸ ਵਿੱਚ ਲਿਆਉਣੀ ਚਾਹੁੰਦਾ। ਅੱਗੇ ਕੋਈ ਸਮਾਂ ਐਸਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਚਲਾਉਂਦਾ ਸੀ ਸ਼੍ਰੋਮਣੀ ਕਮੇਟੀ ਨੂੰ, ਸ਼੍ਰੋਮਣੀ ਕਮੇਟੀ ਚਲਾਉਂਦੀ ਸੀ ਅਕਾਲੀ ਦਲ ਨੂੰ। ਹੁਣ ਉਲਟ ਗੱਲ ਹੋ ਗਈ, ਹੁਣ ਸ਼੍ਰੋਮਣੀ ਕਮੇਟੀ ਚਲਾਉਂਦੀ ਹੈ, ਸ਼੍ਰੋਮਣੀ ਅਕਾਲੀ ਦਲ ਚਲਾਉਂਦਾ ਸ਼੍ਰੋਮਣੀ ਕਮੇਟੀ ਨੂੰ, ਤੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਚਲਾਈ ਜਾਂਦੀ ਹੈ। ਇੱਥੇ ਆ ਕੇ ਵੀ ਲੋਕਾਂ ਦਾ ਗੁੱਸਾ ਵਧਿਆ ਹੋਇਆ। ਦੇਖੋ ਮੈਂ ਇਹ ਸਮਝਦਾ ਸਿੱਖ ਲੀਡਰਸ਼ਿਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਜੇ ਤੁਹਾਡੇ ਚੈਨਲ ਦੇ ਜ਼ਰੀਏ ਕੋਈ ਵੀ ਮੇਰੀ ਗੱਲ ਇਸ ਤਰ੍ਹਾਂ ਸੁਣ ਰਿਹਾ ਹੋਵੇ, ਤਾਂ ਅਸੀਂ ਕੋਈ ਰਾਜ ਕਰਨ ਖਾਤਰ ਪਾਰਟੀ ਨਹੀਂ ਬਣੀ ਵੀ ਅਸੀਂ ਕੇਵਲ ਰਾਜ ਹੀ ਕਰਨਾ। ਅਸੀਂ ਰਾਜ ਦੇ ਨਾਲ ਨਾਲ ਰਾਜ ਵੀ ਕਰਨਾ। ਰਾਜਨੀਤਿਕ ਸ਼ਕਤੀ ਵੀ ਜ਼ਰੂਰੀ ਹੈ। ਮੇਰੀ ਤੇ ਪੀਰੀ ਦਾ ਸਿਧਾਂਤ ਤਾਂ ਹੀ ਪੂਰਾ ਹੋਏਗਾ, ਲੇਕਿਨ ਉਸ ਰਾਜ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਉਸ ਰਾਜ ਦੇ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਉਸ ਰਾਜ ਵਿੱਚ ਜੇ ਘੱਟ ਗਿਣਤੀਆਂ ਤੇ ਜ਼ੁਲਮ ਕਰਦਾ ਬਹੁ ਗਿਣਤੀ, ਤਾਂ ਉੱਥੇ ਸਾਡੀ ਜੱਦੋ ਜਹਿਦ ਹੋਣੀ ਚਾਹੀਦੀ ਹੈ। ਇਹ ਗੱਲਾਂ ਅਸੀਂ ਛੱਡਤੀਆਂ ਜੀ। ਛੱਡਣ ਕਰਕੇ ਪੰਥ ਦਾ ਗੁੱਸਾ ਸਾਡੇ ਤੇ ਵਧਿਆ ਹੋਇਆ, ਪ੍ਰਗਟ ਹੋ ਗਿਆ। ਤੇ ਕੁਦਰਤੀ ਗੱਲ ਹੈ ਕਿ ਇਸ ਕਰਕੇ ਸੰਸਥਾ 'ਚ ਨਿਘਾਰ ਆਉਣੇ ਕੁਦਰਤੀ ਗੱਲ। ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸੀ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਜਿਨ੍ਹਾਂ ਦੇ ਨਾਲ ਅਸੀਂ ਵਿਚਾਰ ਚਰਚਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਬਨ ਦੇ ਮਾਮਲੇ ਦੇ ਵਿੱਚ ਤੇ ਸਿੱਖ ਧਰਮ ਦੇ ਵਿੱਚ ਪੈਦਾ ਹੋਈਆਂ ਚੁਣੌਤੀਆਂ ਦੇ ਬਾਰੇ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।